ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮਹਿ ਸੁਖ ਕਨੇਰੇ। ਕੋਇ ਨਾ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ। ਕਬੀਰ ਸੰਤ ਮੂਏ ਕਿਆ ਰੋਈਐ, ਕਬੀਰ ਸੰਤ ਮੂਏ ਕਿਆ ਰੋਈਐ। ਜੋ ਆਪਣੇ ਗ੍ਰਹਿ ਜਾਏ, ਰੋਵੋ ਸਾਕਤ ਬਪੁਰੇ। ਜੋ ਹਟੈ ਹਾਟ ਬਿਕਾਏ, ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੈ। ਖੇਤ ਜੋ ਮੰਡਿਓ ਸੂਰਮਾ, ਅਬ ਜੋ ਜਨ ਕੋ ਸੂਰਾ ਸੋ ਪਹਿਚਾਨੀਐ। ਜੋ ਲਰੈ ਦੀਨ ਕੇ ਪੁਰਜਾ ਪੁਰਜਾ ਕਟ ਮਰੈ, ਕਬਹੂ ਨਾ ਛਾਡੈ। ਪੁਰਜਾ ਪੁਰਜਾ ਕਟ ਮਰੈ, ਕਬਹੂ ਨਾ ਛਾਡੈ। ਕਬੀਰ ਮੋਹਿ ਮਰਨੇ ਕਾ ਚਾਉ ਹੈ, ਮਰਉ ਤਾਂ ਹਰਿ ਕੈ ਦੁਆਰ। ਮਤ ਹਰ ਪੁੱਛੈ ਕੌਣ ਹੈ, ਪਰਾ ਹਮਾਰੇ ਬਾਰ। ਜੋ ਤੋ ਪ੍ਰੇਮ ਖਿਲਨ ਕਾ ਚਾਉ, ਸਿਰ ਧਰ ਤਲੇ ਗਲੇ ਮੇਰੀ ਆਓ। ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਸਤਿਗੁਰਾਂ ਦੀ ਪਾਵਨ ਪਵਿੱਤਰ ਨਿੱਘੀ ਗੋਦ ਵਿੱਚ ਜੁੜ ਬੈਠੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਆਪ ਜੀ ਖਾਸ ਤੌਰ ਦੇ ਉੱਤੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਵਾਰ-ਵਾਰ ਸਜਦਾ ਕਰਨ ਵਾਸਤੇ, ਉਹਨਾਂ ਦੀ ਇਸ ਸ਼ਹਾਦਤ ਤੋਂ ਵਾਰ-ਵਾਰ ਬਲਹਾਰਨੇ ਜਾਣ ਵਾਸਤੇ, ਕੁਰਬਾਨ ਜਾਣ ਵਾਸਤੇ ਇਕੱਤਰ ਹੋਏ ਹੋ। ਭਾਈ ਗੁਰਜੀਤ ਸਿੰਘ ਜੀ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਤੋਂ, ਜਿਨ੍ਹਾਂ ਨੇ ਆਪ ਜੀ ਨੂੰ ਪਾਵਨ ਗੁਰਬਾਣੀ ਸਰਵਣ ਕਰਵਾਈ। ਸਾਰੇ ਸ਼ਬਦ ਜਿਹੜੇ ਨੇ ਉਹਨਾਂ ਦੇ ਵਿੱਚ ਸਾਡੇ ਧਿਆਨ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਵੱਲ ਜੋੜਨ ਦਾ ਵਾਰ-ਵਾਰ ਸਤਿਗੁਰੂ ਜੀ ਨੇ ਉਪਰਾਲਾ ਕੀਤਾ, ਤਾਕੀਦ ਕੀਤੀ। ਅਖੀਰ ਵਿੱਚ ਮੇਰੇ ਵੀਰ ਨੇ ਸ਼ਬਦ ਪੜ੍ਹਿਆ ਹੈ, ਮੇਰਾ ਮਾਤ ਪਿਤਾ ਹਰ ਰਾਇਆ। ਮੇਰਾ ਮਾਤਾ ਤੇ ਮੇਰਾ ਪਿਤਾ ਉਹ ਹਰੀ, ਉਹ ਅਕਾਲ ਪੁਰਖ ਵਾਹਿਗੁਰੂ ਹੈ। ਕਰ ਕਿਰਪਾ ਪ੍ਰਤਪਾਲਣ ਲਾਗਾ, ਕਰੀ ਤੇਰਾ ਕਰਾਇਆ। ਉਹ ਸੰਭਾਲ ਕਰਦਾ ਹੈ, ਉਹ ਪ੍ਰਤਪਾਲਣਾ ਕਰਦਾ ਹੈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ। ਤੇ ਜਦੋਂ ਕੋਈ ਉਹਦੇ ਰੰਗ ਵਿੱਚ ਰੰਗਿਆ ਜਾਂਦਾ ਹੈ, ਫਿਰ ਉਹ ਕਰਮ ਉਹਦੇ ਕੋਲੋਂ ਉਹ ਅਕਾਲ ਪੁਰਖ ਵਾਹਿਗੁਰੂ ਕਰਵਾਉਂਦਾ ਹੈ, ਜਿਹੜਾ ਉਸ ਮਾਲਕ ਨੂੰ ਆਪ ਨੂੰ ਪਾਉਂਦਾ ਹੋਵੇ। ਆਓ ਸੁਰਤੀ ਨੂੰ ਲੈ ਕੇ ਚੱਲੀਏ ਉਸ ਠੰਡੇ ਬੁਰਜ ਦੇ ਵਿੱਚ। ਇਹ ਉਹੀ ਰਾਤਾਂ ਨੇ, ਕੱਲ 13 ਪੋਹ ਦਾ ਦਿਨ ਸੀ, ਜਿਸ ਦਿਨ ਛੋਟੇ ਸਾਹਿਬਜ਼ਾਦੇ ਸ਼ਹਾਦਤ ਦਾ ਜਾਮ ਪੀ ਗਏ। ਆਪਣੀ ਸੁਰਤੀ ਨੂੰ ਲੈ ਕੇ ਚੱਲੋ ਕਿ ਅੱਜ ਕੋਈ ਬਹੁਤੀ ਠੰਡ ਨਹੀਂ,
ਫਿਰ ਵੀ ਅਸੀਂ ਆਪਣੇ ਤਨ ਦਾ ਪੂਰਾ ਪ੍ਰਬੰਧ ਕੀਤਾ, ਬਹੁਤ ਵਸਤਰ ਆਪ ਵੀ ਪਾਏ, ਆਪਣੇ ਬੱਚਿਆਂ ਨੂੰ ਵੀ ਪਹਿਨਾਏ ਨੇ। ਤੇ ਉਹ ਠੰਡਾ ਬੁਰਜ ਜਿੱਥੇ ਥੱਲੇ ਠਰਿਆ ਫਰਸ਼ ਹੈ, ਵਿਛਾਉਣ ਵਾਸਤੇ ਕੋਈ ਤਲਾਈ, ਕੋਈ ਕੰਬਲ ਨਹੀਂ, ਤੇ ਉੱਪਰ ਲੈਣ ਵਾਸਤੇ ਕੋਈ ਰਜ਼ਾਈ ਨਹੀਂ, ਕੋਈ ਗਰਮ ਕੱਪੜਾ ਨਹੀਂ ਕੋਲ। ਕੇਵਲ ਇੱਕ 85 ਸਾਲਾਂ ਦੀ ਬੁੱਢੜੀ ਦਾਦੀ ਮਾਂ ਹੈ, ਪਰ ਉਸ ਦਾਦੀ ਦੇ ਕੋਲ ਗੁਰਬਾਣੀ ਦਾ ਇੰਨਾ ਕੁ ਖਜ਼ਾਨਾ ਹੈ, ਆਪਣੇ ਇਤਿਹਾਸ ਦਾ ਇੰਨਾ ਕੁ ਖਜ਼ਾਨਾ ਹੈ ਕਿ ਉਸ ਨਿੱਘ ਨੂੰ ਦਾਦੀ ਨੇ ਆਪਣੇ ਪੋਤਰਿਆਂ ਨੂੰ ਸੀਨੇ ਦੇ ਨਾਲ ਵਾਰ-ਵਾਰ ਲਾ ਕੇ ਉਹ ਗੁਰਬਾਣੀ ਤੇ ਉਹ ਇਤਿਹਾਸ ਉਹਨਾਂ ਦੇ ਅੰਦਰ ਭਰ ਦਿੱਤਾ ਹੈ। ਤੇ ਇਹ ਆਖਿਆ, ਪੁੱਤਰ, ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 12ਵਾਂ ਮਾਝ ਵਿੱਚ, ਪੁੱਤਰ ਇਹ ਜਿਹੜਾ ਮਹੀਨਾ ਚੱਲ ਰਿਹਾ ਨਾ, ਇਸ ਮਹੀਨੇ ਦੇ ਪ੍ਰਥਾਏ ਸ਼ਬਦ ਉਚਾਰਨ ਕੀਤਾ, ਪੋਖ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰ ਨਾਹੋ, ਮਨ ਵਿਦਿਆ ਚਰਨਾਰ ਬਿੰਦ, ਦਰਸ਼ਨ ਲਗੜਾ ਸਾਹੋ। ਪੁੱਤਰ ਇਸ ਮਹੀਨੇ 'ਚ ਠੰਡ ਨੇੜੇ ਵੀ ਨਹੀਂ ਆ ਸਕਦੀ। ਹੁਣ ਸ਼ਬਦ ਗੁਰਬਾਣੀ ਉਹੋ ਹੀ ਆ ਜਿਹੜੀ ਉਹਨਾਂ ਨੇ ਪੜ੍ਹੀ, ਉਹਨਾਂ ਨੇ ਸੁਣੀ, ਤੇ ਗੁਰਬਾਣੀ ਅੱਜ ਵੀ ਉਹੀ ਆ ਜਿਹੜੀ ਅਸੀਂ ਪੜ੍ਹ ਰਹੇ ਆ ਤੇ ਜਿਹੜੀ ਅਸੀਂ ਸੁਣ ਰਹੇ ਆ। ਪਰ ਕਿਤੇ ਨਾ ਕਿਤੇ ਸਾਡੇ ਤੇ ਉਹਨਾਂ ਦੇ ਗੁਰਬਾਣੀ ਨੂੰ ਪੜ੍ਹਨ ਵਿੱਚ, ਗੁਰਬਾਣੀ ਨੂੰ ਸੁਣਨ ਵਿੱਚ ਤੇ ਗੁਰਬਾਣੀ ਨੂੰ ਸਮਝਣ ਵਿੱਚ ਬਹੁਤ ਅੰਤਰ ਹੈ। ਉਹ ਗੁਰਬਾਣੀ ਏਦਾਂ ਪੜ੍ਹਦੇ ਆ ਕਿ ਅਸੀਂ ਗੁਰਬਾਣੀ ਬਣਨਾ ਹੈ, ਤੇ ਅਸੀਂ ਗੁਰਬਾਣੀ ਕਿੱਦਾਂ ਪੜ੍ਹਦੇ ਆ? ਸਤਿਗੁਰੂ ਜੀ ਪਾਵਨ ਗੁਰਬਾਣੀ ਵਿੱਚ ਸਾਡੇ ਲਈ ਸ਼ਬਦ ਵਰਤਦੇ ਆ, ਸਲਾਮ ਜਵਾਬ ਦੋਵੇਂ ਕਰੈ ਮੁੰਡੋਂ ਕੁੱਥਾ ਜਾਏ। ਅਸੀਂ ਕੇਵਲ ਸਜਦਾ ਕਰਨਾ ਜਾਣਦੇ ਹਾਂ, ਸਿਰ ਝੁਕਾਉਣਾ ਜਾਣਦੇ ਹਾਂ, ਪਰ ਗੱਲ ਮੰਨਣੀ ਨਹੀਂ ਜਾਣਦੇ। ਕੱਲ ਸ਼ਾਮ ਦੇ ਦੀਵਾਨ ਵਿੱਚ ਅਸੀਂ ਸਾਹਿਬਜ਼ਾਦਿਆਂ ਦੀ ਇੱਕ ਪੇਸ਼ੀ ਦਾ ਜ਼ਿਕਰ ਕੀਤਾ ਸੀ। ਕਰੋ ਕਿਰਪਾ, ਆਸੀਸ ਬਖਸ਼ੋ, ਸਤਿਗੁਰੂ ਅੱਗੇ ਤਰਲਾ ਲਈਏ, ਮਾਲਕ ਜੀ ਜੇ ਆਪ ਜੀ ਨੇ ਸਰੀਰ ਕਰਕੇ ਸਾਨੂੰ ਇੱਥੇ ਇਕਾਗਰਤਾ ਬਣਾ ਕੇ ਬੈਠਣ ਦਾ ਸੁਭਾਗ ਬਖਸ਼ਿਆ ਏ, ਕਿਰਪਾ ਕਰੋ ਇਹ ਮਨ ਵੀ ਟਿਕ ਜਾਏ ਤੇ ਸਾਡੇ ਲਈ ਜਿੰਨਾ ਕੁਰਬਾਨੀ ਕੀਤੀ ਉਹਨਾਂ ਦਾ ਜਾਸੇ ਸਰਵਣ ਕਰ ਲਵੇ। ਕਰੋ ਕਿਰਪਾ ਸੰਗਤ ਜੀ, ਆਸੀਸ ਬਖਸ਼ੋ, ਬਣਾਓ ਇਕਾਗਰਤਾ। ਰਸਨਾ ਨੂੰ ਪਵਿੱਤਰ ਕਰਦਿਆਂ ਹੋਇਆਂ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਉੱਚੀ ਆਵਾਜ਼ ਵਿੱਚ ਦੁਬਾਰਾ ਫਿਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਪਹਿਲੀ ਪੇਸ਼ੀ ਹੋਈ ਸ਼ਾਮ ਨੂੰ ਬਾਲਕ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਆਪਣੀ ਦਾਦੀ ਕੋਲ ਜਾਂਦੇ ਨੇ। ਦਾਦੀ ਕੋਲ ਪਹੁੰਚਦੇ ਆ ਤੇ ਦਾਦੀ ਪੁੱਛਦੇ, ਹਾਂ ਪੁੱਤਰ ਕੀ ਬੀਤੀ? ਤੇ ਪੁੱਤਰ ਪੂਰੇ ਕਿਸੇ ਰੰਗ ਵਿੱਚ ਨੇ, ਖਿੜੇ ਹੋਏ ਮੱਥੇ ਜਾ ਕੇ ਇਦਾਂ ਦਾਦੀ ਨੂੰ ਜਾ ਕੇ ਦੱਸਦੇ ਆ ਜਿਵੇਂ ਕੋਈ ਬੱਚਾ ਆਪਣੀ ਕਲਾਸ ਦੇ ਵਿੱਚੋਂ ਫਸਟ ਆਇਆ ਹੋਵੇ ਤੇ ਉਹਨੂੰ ਬੜੀ ਖੁਸ਼ੀ ਹੁੰਦੀ ਆ ਤੇ ਉਹ ਕੱਲਾ ਕੱਲਾ ਕਮਰਾ ਫੋਲਦਾ ਹੈ ਤੇ ਫਰੋਲ ਕੇ ਆਪਣੀ ਮਾਂ ਨੂੰ ਲੱਭਦਾ ਫਿਰਦਾ ਕਿ ਜਿਹੜੀ ਮਾਂ ਮੇਰੇ ਵਾਸਤੇ ਰੋਜ਼ ਮਿਹਨਤ ਕਰਦੀ ਆ, ਸਵੇਰੇ ਉੱਠਦੀ ਹੈ, ਠੰਡ ਦੇ ਵਿੱਚ ਮੈਨੂੰ ਤਿਆਰ ਕਰਕੇ ਸਕੂਲ ਭੇਜਦੀ, ਮੇਰਾ ਟਿਫਨ ਤਿਆਰ ਕਰਦੀ ਹੈ। ਉਹ ਬੱਚਾ ਵਾਰ-ਵਾਰ ਮਾਂ ਨੂੰ ਟਟੋਲਦਾ ਹੈ। ਜਦੋਂ ਮਾਂ ਮਿਲਦੀ ਆ ਤੇ ਫਿਰ ਮਾਂ ਨੂੰ ਜਾ ਕੇ ਘੁੱਟ ਕੇ ਗਲ ਵਕੜੀ ਪਾ ਕੇ ਕਹਿੰਦਾ, ਮਾਂ ਤੇਰਾ ਪੁੱਤ ਕਲਾਸ ਵਿੱਚੋਂ ਫਸਟ ਆਇਆ ਹੈ, ਤੇਰਾ ਪੁੱਤਰ ਕਲਾਸ ਦੇ ਵਿੱਚੋਂ ਸਾਰਿਆਂ ਨਾਲੋਂ ਅਵਲ ਆਇਆ ਹੈ, ਮਾਂ ਪਾਸ ਹੋ ਗਿਆ ਤੇਰਾ ਪੁੱਤ। ਤੇ ਮਾਂ ਉਹਦਾ ਮੱਥਾ ਵਾਰ-ਵਾਰ ਚੁੰਮਦੀ ਹੈ, ਵਾਰ-ਵਾਰ ਛਾਤੀ ਨਾਲ ਲਾਉਂਦੀ ਹੈ। ਇਸੇ ਤਰ੍ਹਾਂ ਦਾਦੀ ਮਾਂ ਨੇ ਜਦੋਂ ਪਹਿਲੀ ਪੇਸ਼ੀ ਤੋਂ ਬਾਅਦ ਆਪਣੇ ਪੋਤਰਿਆਂ ਨੂੰ ਮਿਲੀ ਤੇ ਘੁੱਟ-ਘੁੱਟ ਕੇ ਆਪਣੇ ਸੀਨੇ ਨਾਲ ਲਾ ਕੇ ਤੇ ਵਾਰ-ਵਾਰ ਸੀਸ ਤੇ ਹੱਥ ਰੱਖਿਆ, ਪੁੱਤਰੋ ਮੈਨੂੰ ਤੁਹਾਡੇ ਤੇ ਮਾਣ ਸੀ, ਤੁਸੀਂ ਆਪਣੇ ਪਿਤਾ ਦੀ, ਤੁਸੀਂ ਆਪਣੇ ਦਾਦੇ ਦੀ ਪੱਗ ਨੂੰ ਦਾਗ ਨਹੀਂ ਲੱਗਣ ਦਿਓਗੇ, ਮੈਨੂੰ ਤੁਹਾਡੇ ਤੇ ਭਰੋਸਾ ਸੀ। ਫਿਰ ਰਾਤ ਪਈ, ਆਇਆ ਉਹ ਜਿਹਦੇ ਮਨ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਆਪ ਵਸਿਆ ਸੀ। ਕਰ ਕਿਰਪਾ ਪ੍ਰਤਪਾਲਣ ਲਾਗਾ, ਕਰੀ ਤੇਰਾ ਕਰਾਇਆ। ਜਿਹਨੂੰ ਫਿਕਰ ਸੀ ਅਕਾਲ ਪੁਰਖ ਵਾਹਿਗੁਰੂ ਜੀ ਨੂੰ, ਸਾਨੂੰ ਨਹੀਂ ਭਰੋਸਾ,
सतगुरु जी कृपा कर दे, तू काहे डोलै प्राणिया, तुद राखेगा सिरजनहार। जिन पैदाइश तू किया सोई दे आधार। जिन्हें तेनू पैदा किया तेनू खाण वास्ते नहीं देगा, सानू नहीं भरोसा, असीं डोल जाने आ। मालक वसिया उस बाबा मोती राम महरा जी दे मन दे विच पता सी कि जेकर मैं कुछ लैके जावांगा साहिबजादियां दे वास्ते, मेरे बच्चियां दे नाल ये मुगल सरकार भली नहीं गुजारेगी। मेरा 7 साल दा जिहड़ा बच्चा है उन्होंने कोल्लू दे विच पीड़ दिता जाएगा, मेरी बुढ़ड़ी मां उन्होंने कोल्लू विच पीड़ दिता जाएगा, मेरी घरवाली नूं मेरे बच्चियां नूं कोल्लू च पीड़ दिता जाएगा। कोई परवाह नहीं कीती, अपनी घरवाली दे गहने गिरवी रख के ओ डोल दे विच गड़वे दे विच दुध पाउंदा है। ਉਹ ਦੁੱਧ ਲੈ ਕੇ ਮਾਤਾ ਦੇ ਕੋਲ ਪਹੁੰਚਦਾ, ਸਿਪਾਹੀਆਂ ਨੂੰ ਰਿਸ਼ਵਤ ਦੇ ਕੇ ਜਾਂਦਾ ਹੈ। ਕੱਲ ਸ਼ਾਮ ਹੀ ਬੇਨਤੀ ਕੀਤੀ ਸੀ ਕਿ ਇੱਕ ਪਾਸੇ ਉਹ ਹੈ ਜਿਹਨੇ ਕਈ ਸਾਲ ਗੁਰੂ ਘਰ ਦਾ ਨਮਕ ਖਾਦਾ ਹੈ, ਉਹ ਨਮਕ ਹਰਾਮੀ ਕਰਦਾ ਹੈ, ਤੇ ਦੂਜੇ ਪਾਸੇ ਉਹ ਹੈ ਜਿਹਨੇ ਹੋ ਸਕਦਾ ਕਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਵੀ ਨਾ ਕੀਤੇ ਹੋਣ, ਬਸ ਸੋਵਾਂ ਸੁਣੀਆਂ ਹੋਣ ਉਸ ਪਾਤਸ਼ਾਹ ਦੀਆਂ। ਉਹ ਆਪਣਾ ਸਾਰਾ ਪਰਿਵਾਰ ਕੁਰਬਾਨ ਕਰਨ ਵਾਸਤੇ ਤਿਆਰ ਬੈਠਾ ਹੈ। ਦੁੱਧ ਛਕਾਇਆ ਬੱਚਿਆਂ ਨੂੰ, ਸਾਹਿਬਜ਼ਾਦਿਆਂ ਨੂੰ। ਅਗਲੀ ਸਵੇਰ ਹੋਈ, ਪੌੜੀਆਂ ਦੇ ਵਿੱਚੋਂ ਕਿਸੇ ਦੇ ਚੜ੍ਹਨ ਦਾ ਖੜਾਕ ਸੁਣਿਆ। ਦਾਦੀ ਨੇ ਆਪਣੇ ਬੱਚਿਆਂ ਨੂੰ ਘੁੱਟ ਕੇ ਸੀਨੇ ਨਾਲ ਲਾਇਆ। ਮੈਂ ਬੇਨਤੀ ਕਰਾਂਗਾ ਜਿਹੜੇ ਬੱਚੇ 7 ਤੇ 9 ਸਾਲ ਦੇ ਇੱਥੇ ਆਏ ਨੇ ਨਾ ਅੱਜ, ਤੇ ਉਹਨਾਂ ਮਾਵਾਂ ਨੂੰ ਬੇਨਤੀ ਆ ਕਿ ਜਰੂਰ ਉਹਨਾਂ ਨੂੰ ਅਗਲੇ ਪਾਸੇ ਬਿਠਾਓ। ਇੱਥੇ ਜਿਹੜੇ ਬੱਚੇ ਆਏ ਨੇ ਨਾ, ਇੱਥੇ 7 ਦਾ, ਕੋਈ 8 ਸਾਲ ਦਾ, ਕੋਈ 9 ਦਾ, ਕੋਈ 10 ਸਾਲ ਦਾ ਬੱਚਾ ਇੱਥੇ ਆਇਆ, ਜਿਵੇਂ ਵੀ ਉਹ ਆਇਆ, ਜਿੱਦਾਂ ਦੇ ਕੱਪੜੇ ਵੀ ਪਾ ਕੇ ਆਇਆ, ਉਹਨੂੰ ਇੱਥੇ ਬਿਠਾਓ, ਅੱਗੇ ਲਿਆ ਕੇ ਬਿਠਾਓ। ਜਿਹੜੇ ਬੱਚੇ 7 ਜਾਂ 9 ਸਾਲ ਦੇ, 10 ਸਾਲ ਦੇ, 11 ਦਾ ਵੀ ਕੋਈ ਹੈ, 8 ਦਾ ਵੀ ਕੋਈ ਹੈ, ਤੇ ਉਹਨਾਂ ਨੂੰ ਇੱਥੇ ਲਿਆ ਕੇ ਬਿਠਾਓ ਅਗਲੇ ਪਾਸੇ। ਘੱਟੋ ਘੱਟ ਅਸੀਂ ਵੇਖੀਏ ਤੇ ਸਹੀ ਵੀ ਉਹ ਉਮਰ ਕਿਹੜੀ ਸੀ, ਉਹ ਤਨ ਕਿੱਡੇ ਕਿੱਡੇ ਸਨ ਜਿਨ੍ਹਾਂ ਦੇ ਉੱਤੇ ਐਡਾ ਫੈਲਾਦ ਉੱਠਿਆ, ਪਰ ਉਹ ਡੋਲੇ ਨਹੀਂ। ਉਹ ਕਿਹੜੀ ਚੀਜ਼ ਸੀ ਜਿਹੜੀ ਸਾਡੇ ਬੱਚਿਆਂ ਵਿੱਚ ਨਹੀਂ, ਸਾਡੇ ਵਿੱਚ ਨਹੀਂ, ਪਰ ਉਹਨਾਂ ਦੇ ਵਿੱਚ ਹੈ ਸੀ। ਪੁੱਤਰ ਇੱਥੇ ਆ ਕੇ ਬੈਠ ਜਾਓ, ਇੱਥੇ ਕੈਮਰੇ ਦੇ ਲਾਗੇ, ਇੱਥੇ ਆਓ, ਇੱਥੇ ਬਹੋ, ਅਗਲੇ ਪਾਸੇ ਬਹਿ ਜਾਓ। 7 ਸਾਲ ਤੇ 9 ਸਾਲ ਦੇ, 10 ਸਾਲ ਦੇ ਬੱਚੇ ਜਿੰਨੇ ਨੇ ਉਹਨਾਂ ਨੂੰ ਇੱਥੇ ਬਿਠਾਓ। ਅਸੀਂ ਉਹਨਾਂ ਚੋਂ, ਅਸੀਂ ਉਹਨਾਂ ਦੀ ਬਰਾਬਰੀ ਨਹੀਂ ਕਰਨ ਲੱਗੇ, ਮੈਨੂੰ ਮਾਫੀ ਦੇ ਦਿਓ। ਕੇਵਲ ਸਾਡੀ ਸਾਹਮਣੇ ਉਹ ਸੂਰਤ ਆ ਜਾਏ, ਸਾਡੇ ਸਾਹਮਣੇ ਉਹ ਸਰੀਰ ਆ ਜਾਣ ਵੀ ਉਦੋਂ ਕਿੱਡੇ ਕਿੱਡੇ ਸਨ ਉਹ ਸਾਹਿਬਜ਼ਾਦੇ। ਇੱਧਰ ਝਾਤੀ ਮਾਰਿਓ ਸੰਗਤ ਜੀ, ਹੁਣ ਆ ਉਮਰ ਦੇ ਸਾਹਿਬਜ਼ਾਦੇ ਨੇ। ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ। ਪੌੜੀਆਂ ਦੇ ਵਿੱਚੋਂ ਕਿਸੇ ਦੇ ਚੜ੍ਹਨ ਦਾ ਖੜਾਕ ਸੁਣਿਆ। ਦਾਦੀ ਮਾਂ ਨੇ ਘੁੱਟ ਕੇ ਆਪਣੇ ਸੀਨੇ ਦੇ ਨਾਲ ਬੱਚਿਆਂ ਨੂੰ ਲਾਇਆ, ਤੇ ਫਿਰ ਵਾਰ-ਵਾਰ ਉਹ ਗੱਲਾਂ ਦਾਦੀ ਨੇ ਦੁਹਰਾਈਆਂ, ਪੁੱਤਰ ਡੋਲਣਾ ਨਹੀਂ, ਪੂਰਾ ਨਿਸ਼ਚਾ ਰੱਖਣਾ ਗੁਰਬਾਣੀ ਦੇ ਉੱਤੇ, ਆਪਣੇ ਦਾਦਾ ਜੀ ਤੇ ਆਪਣੇ ਪਿਤਾ ਤੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਯਾਦ ਕਰਨਾ, ਉੱਥੇ ਜਾ ਕੇ ਘਬਰਾਉਣਾ ਨਹੀਂ ਕਿਸੇ ਗੱਲੋਂ। ਦਾਦੀ ਪਰਵਾਹ ਕਿਉਂ ਕਰਦੇ ਹੋ? ਜਿਹੜਾ ਤੁਸੀਂ ਰਾਤੀ ਸੁਣਾਇਆ ਤੇ ਜਿਹੜਾ ਤੁਸੀਂ ਬਚਪਨ ਤੋਂ ਸੁਣਾ ਰਹੇ ਹੋ, ਕਿਤੇ ਚਲੇ ਥੋੜਾ ਗਿਆ ਹੈ। ਉਹ ਸਾਡੇ ਵਰਗੇ ਥੋੜਾ ਵੀ ਇੱਕ ਕੰਨੋਂ ਸੁਣਿਆ ਤੇ ਜਦੋਂ ਉੱਠ ਕੇ ਕੱਪੜੇ ਝਾੜੇ ਤੇ ਇੱਥੇ ਹੀ ਛੱਡ ਗਏ ਸਾਰਾ ਕੁਝ। ਦਾਦੀ ਸਾਰਾ ਕੁਝ ਸਾਂਭਿਆ ਅੰਦਰ। ਕਿਰਪਾ ਹੈ ਗੁਰੂ ਨਾਨਕ ਸਾਹਿਬ ਦੀ। ਪੇਸ਼ੀ ਵਾਸਤੇ ਸਿਪਾਹੀ ਲੈ ਕੇ ਜਾਂਦੇ ਨੇ। ਜਦੋਂ ਲੈ ਕੇ ਜਾ ਰਹੇ ਨੇ ਤੇ ਵਾਰ-ਵਾਰ ਕਹਿੰਦੇ ਨੇ, ਕੱਲ ਤੁਸੀਂ ਬੜੀ ਗੁਸਤਾਖੀ ਕੀਤੀ, ਸੂਬਾ ਸਰਹੰਦ ਵਜ਼ੀਰ ਖਾਂ ਬੜੇ ਗੁੱਸੇ ਵਿੱਚ ਆ, ਤੇ ਅੱਜ ਨਾ ਕੱਲ ਵਾਲੀ ਗਲਤੀ ਕਰਿਓ, ਜਾ ਕੇ ਅੱਜ ਸਲਾਮ ਕਰਨੀ ਆ ਤੁਸੀਂ। ਮੈਂ ਗੱਲ ਕੱਲ ਵੀ ਕੀਤੀ ਸੀ, ਵਾਰ-ਵਾਰ ਇਹਨੂੰ ਮੈਂ ਨਾ ਦੁਹਰਾਵਾਂ, ਬਸ ਤੁਸੀਂ ਇਸ ਗੱਲ ਨੂੰ ਯਾਦ ਰੱਖਣਾ ਕਿ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਜਾ ਕੇ ਸਿਰ ਝੁਕਾਉਣਾ, ਤੇ ਉਹਨਾਂ ਦਾ ਇੱਕੋ ਹੀ ਜਵਾਬ ਸੀ ਕਿ ਸਾਡੇ ਕੋਲੋਂ ਇਹ ਉਮੀਦ ਨਾ ਰੱਖੋ। ਗਏ, ਵੱਡਾ ਦਰਵਾਜ਼ਾ ਬੰਦ, ਛੋਟਾ ਖੁੱਲਾ ਹੈ। ਉਹ ਆਸ ਰੱਖ ਰਹੇ ਸਨ ਕਿ ਇਹ ਪਹਿਲਾਂ ਸਿਰ ਝੁਕਾਉਣਗੇ। ਉਹ ਸਿਰ ਦੀ ਉਡੀਕ ਕਰ ਰਹੇ ਆ ਕਿ ਇਹਨਾਂ ਦਾ ਸਿਰ ਪਹਿਲਾਂ ਆਵੇਗਾ, ਅਸੀਂ ਤਾੜੀਆਂ ਮਾਰਾਂਗੇ, ਹਰਾਸਮੈਂਟ ਕਰਾਂਗੇ ਇਹਨਾਂ ਨੂੰ, ਇਹਨਾਂ ਦਾ ਮਨੋਬਲ ਡਿੱਗ ਜਾਏਗਾ, ਘਬਰਾ ਜਾਣਗੇ। ਜਦੋਂ ਅਸੀਂ ਸਾਰੇ ਉੱਚੀ ਉੱਚੀ ਹੱਸਾਂਗੇ, ਤਾੜੀਆਂ ਮਾਰਾਂਗੇ, ਡੋਲ ਜਾਣਗੇ। ਪਰ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰ ਜਨਮ ਲਿਆ ਹੋਵੇ, ਉਹ ਕਦੇ ਡੋਲ ਨਹੀਂ ਸਕਦੇ। ਉਹ ਤੇ ਐਸੀਆਂ ਮਿਸਾਲਾਂ ਪੈਦਾ ਕਰਕੇ ਜਾਂਦੇ ਆ ਕਿ ਉਹਨਾਂ ਦਾ ਜਸ ਸੁਣ ਸੁਣ ਕੇ ਆਉਣ ਵਾਲੀਆਂ ਪੀੜ੍ਹੀਆਂ ਵੀ ਕਦੇ ਡੋਲਣਗੀਆਂ ਨਹੀਂ, ਜਿਹੜਾ ਉਹਨਾਂ ਦਾ ਜਸ ਸਰਵਣ ਕਰ ਲਏਗਾ। ਜਦੋਂ ਛੋਟੀ ਜੀ ਜੁੱਤੀ ਪਾਈ ਹੋਏ ਪਾਵਨ ਚਰਨ ਦੇ ਵਿੱਚ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਨੇ ਉਸ ਬਾਰੀ ਚੋਂ ਅੱਗੇ ਲੰਘਾਈ,
ਤੇ ਸੁੱਚਾ ਨੰਦ ਜਿਹੜਾ ਉੱਥੇ ਇਹ ਕਹਿ ਰਿਹਾ ਸੀ ਕਿ ਮੈਂ ਅੱਜ ਵੱਡਾ ਦਰਵਾਜ਼ਾ ਬੰਦ ਕੀਤਾ ਹੋਇਆ ਹੈ, ਛੋਟੀ ਤਾਕੀ ਖੋਲੀ ਆ, ਸਿਪਾਹੀ ਲੰਘ ਕੇ ਆਉਣਗੇ, ਸਿਰ ਝੁਕਾ ਕੇ ਆਉਣਗੇ, ਮਗਰੇ ਉਹ ਗੋਬਿੰਦ ਦੇ ਫਰਜ਼ੰਦ ਆਉਣਗੇ, ਛੋਟੇ ਛੋਟੇ ਪੁੱਤਰ ਆਉਣਗੇ, ਉਹਨਾਂ ਨੇ ਜ਼ਰੂਰ ਇਹਨਾਂ ਸਿਪਾਹੀਆਂ ਦੀ ਰੀਸ ਕਰਨੀ ਆ, ਸਿਰ ਝੁਕਾ ਕੇ ਆਉਣਗੇ, ਅਸੀਂ ਤਾੜੀਆਂ ਮਾਰ ਕੇ ਹੱਸਾਂਗੇ। ਜਦੋਂ ਜੁੱਤੀ ਵੇਖੀ, ਜੁੱਤੀ ਦੀ ਨੋਕ ਵੇਖੀ, ਅੱਗ ਬਬੂਲਾ ਹੋ ਗਿਆ, ਸ਼ਰਮਸ਼ਾਰ ਹੋ ਗਿਆ। ਦਰਬਾਰ ਵਿੱਚ ਜਾ ਕੇ ਸਾਹਿਬਜ਼ਾਦਿਆਂ ਨੇ ਅੱਜ ਵੀ ਉਸੇ ਤਰ੍ਹਾਂ ਗੱਜ ਕੇ ਫਤਿਹ ਬੁਲਾਈ, ਆਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਸੁੱਚਾ ਨੰਦ ਗੁਲਾਮ ਸੋਚ ਦਾ ਬੰਦਾ, ਜਿਹਦੀਆਂ ਭੈਣਾਂ ਦਾ, ਜਿਹਦੀ ਮਾਂ ਦਾ ਸੁਹਾਗ ਬਚਾਉਣ ਵਾਸਤੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੁਰਬਾਨੀ ਦੇ ਦਿੱਤੀ। ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕੀਨੋ ਵੱਡੋ ਕਲੂ ਮੈਂ ਸਾਕਾ, ਧਰਮ ਹੇਤ ਇਤੀ ਜਨ ਕਰੀ, ਸੀਸ ਦਿਆ ਪਰ ਸੀ ਨਾ ਉਚਰੀ। ਜਿਨ੍ਹਾਂ ਵਾਸਤੇ ਕੁਰਬਾਨੀ ਕੀਤੀ ਆ ਉਹ ਗੁਲਾਮ ਸੋਚਦਾ ਬੰਦਾ ਉੱਥੇ ਬੈਠਾ ਕਹਿੰਦਾ ਆ, ਤੁਹਾਨੂੰ ਕਿਹਾ ਸੀ ਇਹ ਗੁਸਤਾਖੀ ਨਾ ਕਰਿਓ। ਉੱਥੇ ਗੱਲ ਚੱਲੀ, ਜੇ ਤੁਹਾਨੂੰ ਛੱਡ ਦਿੱਤਾ ਜਾਏ, ਬਾਗੀ ਗੁਰੂ ਦੇ ਬੱਚੇ, ਜੇ ਤੁਹਾਨੂੰ ਛੱਡ ਦਿੱਤਾ ਜਾਵੇ ਫੇਰ ਕੀ ਕਰੋਗੇ? ਕਹਿਣ ਲੱਗੇ ਸਾਨੂੰ ਕਿੰਨੇ ਛੱਡਣਾ, ਸਾਨੂੰ ਪਤਾ ਹੈ ਜੋ ਸਾਡੇ ਨਾਲ ਬੀਤਣੀਆਂ, ਸਾਨੂੰ ਪਤਾ, ਸਾਨੂੰ ਕਿਸੇ ਨਹੀਂ ਛੱਡਣਾ। ਬੜੇ ਭਰੋਸੇ ਚ ਲੈ ਕੇ ਆਇਆ, ਕਹਿਣ ਲੱਗਾ ਨਹੀਂ ਮੰਨ ਲਓ ਜੇ ਮੈਂ ਤੁਹਾਨੂੰ ਛੱਡ ਦਿਆਂ। ਤੇ ਵਜ਼ੀਰ ਖਾਂ ਕਹਿੰਦਾ, ਸੁੱਚਾ ਆਨੰਦ ਕਹਿੰਦਾ ਜੇ ਮੈਂ ਤੁਹਾਨੂੰ ਬਖਸ਼ਾ ਦਿਆਂ, ਛੱਡ ਦਿਆਂ ਫੇਰ ਕੀ ਕਰੋਗੇ? ਕਹਿ ਲੱਗੇ ਪਹਿਲੀ ਤੇ ਗੱਲ ਤੁਸਾਂ ਸਾਨੂੰ ਛੱਡਣਾ ਕੋਈ ਨਹੀਂ, ਤੇ ਜੇ ਤੁਸਾਂ ਛੱਡ ਦਿੱਤਾ ਅਸੀਂ ਉਸੇ ਤਰ੍ਹਾਂ ਜੰਗਲਾਂ ਵਿੱਚ ਜਾਵਾਂਗੇ, ਆਪਣੇ ਸਿੱਖਾਂ ਨੂੰ ਇਕੱਠਿਆਂ ਕਰਾਂਗੇ, ਸਿੰਘਾਂ ਨੂੰ ਇਕੱਠਿਆਂ ਕਰਾਂਗੇ, ਇਕੱਠੇ ਕਰਕੇ ਫਿਰ ਤੁਹਾਡੇ ਖਿਲਾਫ ਲੜਾਂਗੇ ਤੇ ਸ਼ਹੀਦ ਹੋ ਜਾਵਾਂਗੇ। ਕਹਿ ਲੱਗੇ ਜੇ ਦੁਬਾਰਾ ਜਨਮ ਮਿਲਿਆ, ਕਹਿੰਦੇ ਜਿੰਨੀ ਦੇਰ ਤੁਹਾਡੀਆਂ ਜੜ੍ਹਾਂ ਇਸ ਦੇਸ਼ ਵਿੱਚੋਂ ਪੁੱਟੀਆਂ ਨਹੀਂ ਜਾਂਦੀਆਂ ਓਨੀ ਦੇਰ ਤੁਹਾਡਾ ਅਸੀਂ ਖਹਿੜਾ ਕੋਈ ਨਹੀਂ ਛੱਡਣਾ, ਫਿਰ ਜੰਮਾਂਗੇ, ਫਿਰ ਜਨਮ ਹੋਏਗਾ, ਫਿਰ ਵਾਰ-ਵਾਰ ਤੁਹਾਡੇ ਨਾਲ ਲੜਦੇ ਰਵਾਂਗੇ ਅਸੀਂ। ਇੱਥੇ ਇਹਨਾਂ ਨੇ ਇੱਕ ਹੋਰ ਖੇਡ ਖੇਡੀ, ਪਤਾ ਕਈਆਂ ਦਿਨਾਂ ਦੇ ਭੁੱਖੇ ਨੇ, ਇਹਨਾਂ ਨੇ ਤਾਕੀ ਖੋਲ ਕੇ, ਦਰਵਾਜ਼ਾ ਖੋਲ ਕੇ ਬਾਹਰ ਨੂੰ ਕੱਢਿਆ। ਉੱਥੇ ਕੁਝ ਦੁਕਾਨਾਂ ਲੱਗੀਆਂ ਹੋਈਆਂ ਨੇ, ਉਹਨਾਂ ਦੁਕਾਨਾਂ ਦੇ ਉੱਤੇ ਕਿਸੇ ਤੇ ਬੜੇ ਬੜੇ ਕੀਮਤੀ ਪਕਵਾਨ, ਬੜੇ ਖੁਸ਼ਬੂਦਾਰ ਜਿਹੜੇ ਪਕਵਾਨ ਨੇ ਉਹ ਪੱਕੇ ਹੋਏ ਆ, ਵੰਨ ਸਵੰਨੀਆਂ ਮਠਿਆਈਆਂ ਜਿਹੜੀਆਂ ਨੇ ਉਹ ਬਾਹਰ ਰੱਖੀਆਂ ਹੋਈਆਂ ਨੇ। ਅਗਲੇ ਪਾਸੇ ਬੜੇ ਸੋਹਣੇ ਖਿਡੌਣੇ ਜਿਹੜੇ ਬੱਚਿਆਂ ਨੂੰ ਮੋਹ ਲੈਣ, ਤੇ ਬੱਚੇ ਵੇਖਦਿਆਂ ਸਾਰ ਉਹਨਾਂ ਨੂੰ ਲੈਣ ਦੀ ਜਿੱਦ ਕਰਨ ਆਪਣੇ ਮਾਤਾ ਪਿਤਾ ਦੇ ਕੋਲੋਂ ਉਹ ਖਿਡੌਣੇ ਰੱਖੇ ਹੋਏ ਆ। ਕਈ ਹੋਰ ਚੀਜ਼ਾਂ ਰੱਖੀਆਂ ਹੋਈਆਂ ਤੇ ਇੱਕ ਥਾਂ ਦੇ ਉੱਤੇ ਉਹਨਾਂ ਨੇ ਸ਼ਸਤਰ ਰੱਖੇ ਹੋਏ ਆ, ਛੋਟਾ ਜਿਹਾ ਤੀਰ, ਛੋਟਾ ਜਿਹਾ ਕਮਾਨ, ਸ੍ਰੀ ਸਾਹਿਬ ਰੱਖੀ ਹੋਈ ਹੈ, ਬਹੁਤ ਸਾਰੇ ਸ਼ਸਤਰ ਜਿਹੜੇ ਨੇ ਰੱਖੇ ਹੋਏ ਨੇ। ਸਾਹਿਬਜ਼ਾਦਿਆਂ ਨੇ ਮਠਿਆਈਆਂ ਵੀ ਵੇਖੀਆਂ, ਵੰਨ ਸਵੰਨਾ ਖਾਣਾ ਵੀ ਤੱਕਿਆ, ਖਿਡੌਣੇ ਵੀ ਤੱਕੇ। ਸਿਪਾਹੀਆਂ ਨੂੰ ਇਹ ਸੀ ਕਈਆਂ ਦਿਨਾਂ ਦੇ ਭੁੱਖੇ ਆ, ਸਭ ਤੋਂ ਪਹਿਲਾਂ ਤੇ ਪ੍ਰਸ਼ਾਦਾ ਹੀ ਛਕਣਗੇ, ਸਭ ਤੋਂ ਪਹਿਲਾਂ ਤੇ ਮਠਿਆਈ ਨੂੰ ਹੀ ਹੱਥ ਪਾਉਣਗੇ ਜਾ ਕੇ। ਪਰ ਉਦੋਂ ਕਮਾਲ ਹੋ ਗਈ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਛੋਟੇ ਫਰਜ਼ੰਦਾਂ ਨੇ 7 ਤੇ 9 ਸਾਲ ਇਹਨਾਂ ਬੱਚਿਆਂ ਦੀ ਉਮਰ ਦੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਫਰਜ਼ੰਦਾਂ ਨੇ ਮਠਿਆਈਆਂ ਵੀ ਪਿੱਛੇ ਛੱਡਤੀਆਂ, ਖਿਡੌਣੇ ਵੀ ਪਿੱਛੇ ਛੱਡ ਦਿੱਤੇ। ਜਾ ਕੇ ਜਦੋਂ ਤੀਰ ਤੇ ਕਮਾਨ ਨੂੰ ਹੱਥ ਪਾਇਆ, ਸੂਬਾ ਸਰਹੰਦ ਨੂੰ ਆਪਣੇ ਥੱਲਿਓਂ ਤਖਤ ਹਿੱਲਦਾ ਹੋਇਆ, ਡੋਲਦਾ ਹੋਇਆ ਦਿਖਾਈ ਦੇਣ ਲੱਗ ਪਿਆ ਵੀ ਜਿਨ੍ਹਾਂ ਨੂੰ ਮੈਂ ਕੈਦ ਚ ਪਾ ਲਿਆ, ਜਿਨ੍ਹਾਂ ਨੂੰ ਠੰਡੇ ਬੁਰਜ ਵਿੱਚ ਕੈਦ ਕਰਕੇ ਰੋਟੀ ਤੋਂ ਆਕੀ ਰੱਖਿਆ, ਪਾਣੀ ਤੋਂ ਮੈਂ ਬਗੈਰ ਰੱਖਿਆ, ਉਹ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੱਚੇ ਆ, ਉਹ ਅੱਜ ਵੀ ਉਹਨਾਂ ਸ਼ਸਤਰਾਂ ਦੇ ਵੱਲ ਹੀ ਜਾਂਦੇ ਨੇ। ਜਿਹੜੀ ਦਰਬਾਰ ਵਿੱਚ ਗੱਲ ਕੀਤੀ ਕਿ ਅਸੀਂ ਜਾਵਾਂਗੇ ਜੰਗਲਾਂ ਚੋਂ ਸਿੰਘ ਇਕੱਠੇ ਕਰਾਂਗੇ, ਤੇ ਜਿੰਨੀ ਦੇਰ ਤੇਰੀਆਂ ਜੜ੍ਹਾਂ ਇਸ ਦੇਸ਼ ਵਿੱਚੋਂ ਪੁੱਟੀਆਂ ਨਹੀਂ ਜਾਂਦੀਆਂ ਓਨੀ ਦੇਰ ਅਸੀਂ ਚੁੱਪ ਕਰਕੇ ਬੈਠਣ ਵਾਲੇ ਨਹੀਂ। ਵਾਪਸ ਲਿਆਂਦਾ ਗਿਆ, ਲਿਆ ਕੇ ਫਿਰ ਡਰਾਵੇ ਦਿੱਤੇ ਗਏ। ਫਿਰ ਕਾਜੀ ਨੂੰ ਸੱਦਿਆ, ਜਿਹਦੇ ਬਾਰੇ ਗੁਰੂ ਨਾਨਕ ਸਾਹਿਬ ਨੇ ਪਹਿਲਾਂ ਹੀ ਕਿਹਾ ਸੀ, ਤੇ ਦਾਦੀ ਨੇ ਆਪਣੇ ਪੋਤਰਿਆਂ ਨੂੰ ਚੰਗੀ ਤਰ੍ਹਾਂ ਇਹ ਪੰਕਤੀਆਂ ਚੇਤੇ ਕਰਵਾਈਆਂ ਸਨ। ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਹਾਵੇ ਜੀਆਂ ਘਾਏ, ਜੋਗੀ ਜੁਗਤ ਨਾ ਜਾਣੈ ਅੰਧ, ਤੀਨੇ ਉਹ ਜਾੜੇ ਕਾ ਬੰਦ। ਕਾਜੀ ਨੂੰ ਸੱਦਿਆ ਗਿਆ, ਕਾਜੀ ਸਾਹਿਬ ਫਤਵਾ ਲਾਓ ਇਹਨਾਂ ਤੇ। ਉਹ ਫਤਵਾ ਕਿਹੜਾ ਲਾਵੇ? ਅੱਜ ਦੇ ਮੁਸਲਮਾਨ ਵੀਰ ਪ੍ਰਚਾਰਕ ਨੇ ਜਿਹੜੇ, ਉਹ ਇਸ ਗੱਲ ਨੂੰ ਮੰਨਦੇ ਆ ਕਿ ਉਹ ਸਮੇਂ ਜਿਹੜਾ ਕਾਜੀ ਸੀ
ਉਸ ਕਾਜੀ ਨੇ ਸ਼ਰਅ ਦੇ ਨਾਲ ਧੋਖਾ ਕੀਤਾ ਹੈ। ਇਦਾਂ ਦਾ ਕੋਈ ਵੀ ਫਤਵਾ ਜਿਹੜਾ ਉਹ ਕੁਰਾਨ ਵਿੱਚ ਨਹੀਂ, ਇਸਲਾਮੀ ਇਤਿਹਾਸ ਵਿੱਚ ਨਹੀਂ ਕਿ ਜਿਹੜੇ ਦੁੱਧ ਪੀਣ ਵਾਲੇ ਬੱਚੇ ਹੋਣ, ਛੋਟੀ ਉਮਰ ਦੇ ਬੱਚੇ ਤੇ ਔਰਤਾਂ ਹੋਣ, ਉਹਨਾਂ ਦੇ ਉੱਤੇ ਜ਼ੁਲਮ ਕਰਨ ਦੀ ਇਸਲਾਮ ਜਿਹੜਾ ਹੈ ਉਹ ਆਗਿਆ ਨਹੀਂ ਦਿੰਦਾ। ਪਰ ਧਰਮ ਨੂੰ ਛਿੱਕੇ ਤੇ ਟੰਗ ਤੇ ਸ਼ਰਮ ਧਰਮ ਦੋਏ ਛੱਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾਲੋ। ਅੱਜ ਝੂਠ ਪ੍ਰਧਾਨ ਆ, ਕੂੜ ਪ੍ਰਧਾਨ ਹੋਇਆ ਏ। ਰਿਸ਼ਵਤ ਲੈ ਕੇ, ਵੱਡੀ ਲੈ ਕੇ ਹੱਕ ਗਵਾਏ, ਆਪਣਾ ਹੱਕ ਗਵਾ ਦਿੱਤਾ ਵੱਡੀ ਲੈਣ ਵਾਸਤੇ। ਉੱਥੇ ਸੁੱਚਾ ਆਨੰਦ ਬੈਠਾ ਹੋਇਆ, ਉਹ ਕਹਿੰਦਾ ਮੈਂ ਤੁਹਾਨੂੰ ਬਾਦਸ਼ਾਹ ਸਲਾਮਤ ਕਿਹਾ ਸੀ ਨਾ ਕਿ ਇਹ ਜਿਹੜੇ ਬੱਚੇ ਨੇ, ਇਹਨਾਂ ਬੱਚਿਆਂ ਦੇ, ਇਹਨਾਂ ਸੂਲਾਂ ਦੇ ਜੰਮਦੀਆਂ ਦੇ ਮੂੰਹ ਫੇਹ ਦੇਣੇ ਚਾਹੀਦੇ ਆ, ਨਹੀਂ ਤੇ ਅਗਾਂਹ ਜਾ ਕੇ ਤੰਗ ਕਰਨਗੇ। ਇੱਥੇ ਇੱਕ ਗੁਲਾਮ ਸੋਚਦਾ ਬੰਦਾ ਬੈਠਾ ਹੈ, ਇੱਕ ਇੱਥੇ ਮੁਸਲਮਾਨ ਬੈਠਾ ਹੈ ਜਿਹਦੇ ਭਰਾ ਨਾਹਰ ਖਾਨ ਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪੌੜੀ ਤੇ ਚੜ੍ਹਦਿਆਂ, ਚਮਕੌਰ ਦੀ ਗੜੀ ਦੇ ਨਾਲ ਚੜ੍ਹਦਿਆਂ ਪੌੜੀ ਤੇ ਇਹਦੀ ਖੋਪੜੀ ਦੇ ਵਿੱਚ ਤੀਰ ਮਾਰ ਕੇ ਆਰ ਪਾਰ ਕੀਤਾ ਸੀ। ਉਹਦਾ ਭਰਾ ਬੈਠਾ ਹੈ ਇੱਥੇ। ਕਾਜੀ ਨੇ ਫਤਵਾ ਲਾਇਆ, ਕਹਿਣ ਲੱਗਾ ਇਹਨਾਂ ਨੂੰ ਹਕੂਮਤ ਦਾ ਬਾਗੀ ਹੋਣ ਦਾ ਜਿਹੜਾ ਉਹ ਫਤਵਾ ਲਾਇਆ ਜਾਂਦਾ ਵੀ ਇਹ ਹਕੂਮਤ ਦੇ ਬਾਗੀ ਆ, ਤੇ ਇਹਨਾਂ ਨੂੰ ਨੀਹਾਂ ਦੇ ਵਿੱਚ ਚਿਣਕੇ ਤੇ ਇਹਨਾਂ ਦਾ ਕਤਲ ਕੀਤਾ ਜਾਏ, ਇਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਏ। ਸ਼ੇਰ ਮੁਹੰਮਦ ਖਾਨ ਬੈਠਾ ਹੋਇਆ, ਸੁੱਚਾ ਆਨੰਦ ਵਜ਼ੀਰ ਖਾਨ ਨੂੰ ਕਹਿੰਦਾ ਬਾਦਸ਼ਾਹ ਸਲਾਮਤ ਆਪਾਂ ਇਦਾਂ ਕਰੀਏ, ਆ ਜਿਨ੍ਹਾਂ ਦੇ ਦੋ ਭਰਾ ਇਹਨਾਂ ਦੇ ਪਿਤਾ ਨੇ ਕਤਲ ਕੀਤੇ ਨੇ ਤੇ ਇਹ ਆਪਾਂ ਇਹਨਾਂ ਨੂੰ ਇਹਨਾਂ ਦੇ ਹਵਾਲੇ ਕਰ ਦਈਏ ਸ਼ੇਰ ਮੁਹੰਮਦ ਖਾਨ ਦੇ, ਆਪੇ ਬਦਲਾ ਲੈਣ ਇਹਨਾਂ ਦੇ ਕੋਲੋਂ। ਤੇ ਉੱਥੇ ਜੋਗੀ ਅੱਲਾ ਯਾਰ ਖਾਨ ਲਿਖਦਾ, ਕਹਿੰਦੇ ਸ਼ੇਰ ਮੁਹੰਮਦ ਖਾਨ ਨੇ ਕਿਹਾ, ਉਹ ਕਹਿੰਦਾ ਬਦਲਾ ਹੀ लेना होगा तो लेंगे इनके बाप से, खुदा महफूज रखे हमें ऐसे पाप से। कहने लगा बदला लवांगा ਇਹਨਾਂ ਦੇ ਬਾਪ ਦੇ ਕੋਲੋਂ, ਪਰ ਲਵਾਂਗਾ ਜੰਗ ਦੇ ਮੈਦਾਨ ਦੇ ਵਿੱਚ। ਇਹਨਾਂ ਛੋਟੇ ਛੋਟੇ ਬੱਚਿਆਂ ਦਾ ਕੋਈ ਕਸੂਰ ਨਹੀਂ ਬਾਦਸ਼ਾਹ, ਮੈਂ ਤੇ ਕਹਿੰਦਾ ਤੁਸੀਂ ਵੀ ਇਹਨਾਂ ਨੂੰ ਰਿਹਾ ਕਰ ਦਿਓ, ਤੁਸੀਂ ਵੀ ਛੱਡ ਦਿਓ। ਇਸੇ ਕਰਕੇ ਅੱਜ ਵੀ ਸਿੱਖ ਕੌਮ ਉਹਦਾ ਪਾਣੀ ਭਰਦੀ ਹੈ, ਉਹਨੂੰ ਯਾਦ ਕਰਦੀ ਹੈ। ਬੇਸ਼ੱਕ ਉਹ ਬਾਬਾ ਬੰਦਾ ਸਿੰਘ ਬਹਾਦਰ ਦੇ ਹੱਥੋਂ ਮਰਿਆ ਬਾਅਦ ਵਿੱਚ, ਪਰ ਅੱਜ ਸਿਰਫ ਉਹਨੇ ਇੱਕ ਹਾ ਦਾ ਨਾਰਾ ਮਾਰਿਆ। ਉਹ ਉੱਥੇ ਉਹਦਾ ਫਰਜ਼ ਬਣਦਾ ਸੀ ਕਿ ਉਹ ਮੁਸਲਮਾਨ ਆ ਤੇ ਉਹ ਬਾਦਸ਼ਾਹ ਦੀ ਹਾਮੀ ਭਰੇ, ਪਰ ਉੱਥੇ ਹਾਮੀ ਕੌਣ ਭਰ ਰਿਹਾ ਵਾ? ਸੁੱਚਾ ਆਨੰਦ ਹਾਮੀ ਭਰ ਰਿਹਾ ਹੈ, ਜਿਹੜਾ ਗੁਲਾਮ ਸੋਚਦਾ ਬੰਦਾ ਹੈ। ਉਹ ਕਹਿਣ ਲੱਗਾ ਮੈਂ ਚਾਹੁੰਦਾ ਤੁਸੀਂ ਵੀ ਛੱਡ ਦਿਓ। ਬਾਦਸ਼ਾਹ ਥੋੜਾ ਜਿਹਾ ਨਰਮ ਹੋਇਆ, ਵਜ਼ੀਰ ਖਾਂ ਸੂਬਾ ਸਰਹੰਦ ਜਦੋਂ ਨਰਮ ਹੁੰਦਾ ਵੇਖਿਆ ਸੁੱਚਾ ਆਨੰਦ ਨੇ, ਉਹਨੇ ਫਿਰ ਬਲਦੀ ਤੇ ਤੇਲ ਪਾਇਆ, ਨਹੀਂ ਨਹੀਂ ਬਾਦਸ਼ਾਹ ਬਿਲਕੁਲ ਨਹੀਂ ਇਹਨਾਂ ਨੂੰ ਛੱਡਣਾ, ਇਹ ਬਾਗੀ ਗੁਰੂ ਦੇ ਬੱਚੇ ਨੇ। ਜਿਸ ਗੁਰੂ ਨੂੰ ਤੁਸੀਂ 8 ਮਹੀਨੇ ਘੇਰਾ ਪਾ ਛੱਡਿਆ, 10 ਲੱਖ ਫੌਜ ਭੇਜ ਕੇ ਚਮਕੌਰ ਗੜੀ ਨੂੰ ਘੇਰਿਆ, ਉਹ ਗੁਰੂ ਫਿਰ ਵੀ ਸਲਾਮਤ ਨਿਕਲ ਗਿਆ। ਇਹ ਉਹਦੇ ਬੱਚੇ ਨੇ, ਇਹਨਾਂ ਨੂੰ ਬਿਲਕੁਲ ਨਹੀਂ ਛੱਡਣਾ ਚਾਹੀਦਾ। ਫਤਵਾ ਲੱਗ ਗਿਆ, ਕਹਿਣ ਲੱਗੇ ਜਾਂ ਤੇ ਕੱਲ ਨੂੰ ਤੁਸੀਂ ਦੀਨ ਇਸਲਾਮ ਕਬੂਲ ਕਰਕੇ ਆਇਓ ਵੀ ਅਸੀਂ ਇਸਲਾਮ ਨੂੰ ਕਬੂਲ ਕਰ ਲੈਣਾ ਹੈ, ਤੇ ਜਾਂ ਫਿਰ ਤੁਸੀਂ ਮੌਤ ਨੂੰ ਚੇਤੇ ਕਰਕੇ ਆਇਓ ਕਿ ਅਸੀਂ ਅੱਜ ਸ਼ਹਾਦਤ ਦਾ ਜਾਮ ਪੀ ਜਾਣਾ ਹੈ। ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਨੇ ਫਤਿਹ ਬੁਲਾਉਣ ਤੋਂ ਪਹਿਲਾਂ ਆਖਿਆ ਇਹ ਗੱਲ ਤੇ ਭੁੱਲ ਜਾਓ, ਸਾਡਾ ਗੁਰੂ ਤੇ ਸਾਨੂੰ ਸਿਖਾਉਂਦਾ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਨੁਕਾ ਤੋ ਆਓ ਹਮਾਰੇ ਪਾਸ। ਅਸੀਂ ਤੇ ਆਏ ਫੇਰਿਆਂ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ कीजै कबीर मोह मरने का चाओ है, मरो ता हर कै द्वार, मत हर पूछे कौन है परा हमारे बार। मरना ही ते पाइया पूर्ण परमानंद, असी तेरी इस मौत नूं कुछ भी नहीं जानते। वापस आए दादी दे कोल, दादी ने पुछया पुत्र अज की होया, अज दसो की होया तुहाडे नाल कचहरी दे विच। दादी मां उन्हां ने बड़ियां दुकानां लाइयां खिडौणियां दियां, दादी मां उन्होंने बड़ियां दुकानां लाइयां मठियाई दियां। दादी मां पर असी ਉਹ ਚੀਜ਼ ਚੁੱਕੀ ਜਿਹਦੇ ਬਾਰੇ ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਕਿ ਯਹ ਹਮਾਰਾ ਪੀਰ, ਇਹ ਸਾਡੇ ਪੀਰ ਨੇ, ਇਹ ਸ਼ਸਤਰ ਨੇ ਜਿਹੜੇ ਇਹ ਸਾਡੇ ਪੀਰ ਆ। ਅੱਜ ਵੀ ਤੁਸੀਂ ਵੇਖੋ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹੋ ਤੇ ਸਭ ਤੋਂ ਪਹਿਲਾਂ ਸਾਡੀ ਨਮਸਕਾਰ ਇਹਨਾਂ ਸ਼ਸਤਰਾਂ ਨੂੰ ਹੁੰਦੀ ਆ, ਜਿਹੜੇ ਤੀਰ, ਜਿਹੜੇ ਚੱਕਰ, ਜਿਹੜੀ ਸ੍ਰੀ ਸਾਹਿਬ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਪਈ ਹੋਈ ਹੈ। ਸੈਫ ਸਰੋਥੀ ਸਹਿਥੀ ਜੈ ਹਮਾਰਾ ਪੀਰ, ਇਹ ਸਾਡੇ ਪੀਰ ਨੇ। ਦਾਦੀ ਮਾਂ ਸੀ ਉਹ ਚੁੱਕੇ ਤੇ ਅੱਗ ਬਬੂਲਾ ਹੋ ਗਿਆ, ਸੁੱਚਾ ਆਨੰਦ ਅੱਗ ਬਬੂਲਾ ਹੋ ਗਿਆ। ਵਜ਼ੀਰ ਖਾਂ
ਅੱਗ ਬਬੂਲਾ ਹੋ ਗਿਆ ਉਹ ਕਾਜ਼ੀ। ਦਾਦੀ ਕਹਿੰਦੀ ਫੇਰ ਕੀ ਹੋਇਆ? ਕਹਿਣ ਲੱਗੇ ਦਾਦੀ ਮਾਂ, ਫਿਰ ਉਹ ਜਿਹੜਾ ਕਾਜੀ ਸੀ ਉਹਨੇ ਕੂੜ ਬੋਲ ਕੇ ਮਲ ਖਾਦਾ, ਗੰਦਗੀ ਖਾਦੀ ਉਹਨੇ ਕੂੜ ਬੋਲ ਕੇ। ਕਾਦੀ ਕੂੜ ਬੋਲ ਮਲ ਖਾਏ ਉਹਨੇ, ਫਿਰ ਕੂੜ ਬੋਲਿਆ ਉੱਥੇ, ਧਰਮ ਦੀ ਗੱਲ ਨਹੀਂ ਕੀਤੀ ਉਹਨੇ। ਉਹ ਕਹਿੰਦਾ ਇਹਨਾਂ ਬੱਚਿਆਂ ਨੂੰ ਕੱਲ ਨੀਹਾਂ ਦੇ ਵਿੱਚ ਚਿਣ ਕੇ ਸ਼ਹੀਦ ਕੀਤਾ ਜਾਏਗਾ। ਹੁਣ ਮਹਿਸੂਸ ਕਰੋ, ਆ ਬੱਚੇ ਆ, ਇਹਨਾਂ ਦੀਆਂ ਮਾਤਾਵਾਂ ਵੀ ਇੱਥੇ ਬੈਠੀਆਂ ਨੇ, ਮਦਰਸ ਵੀ ਬੈਠੀਆਂ ਨੇ, ਦਾਦੀਆਂ ਵੀ ਇੱਥੇ ਬੈਠੀਆਂ ਹੋਣਗੀਆਂ ਵੀ ਆ ਬੱਚੇ ਅੱਜ ਸਾਡੇ ਆ ਬੱਚੇ ਜਿਹੜੇ ਆ ਇੰਨੀ ਗੱਲ ਕਹਿ ਸਕਦੇ ਆਪਣੀ ਦਾਦੀ ਨੂੰ? ਤੇ ਜਦੋਂ ਏਡੀ ਉਮਰ ਦੇ ਬੱਚੇ ਆ ਕੇ ਆਪਣੀ ਦਾਦੀ ਨੂੰ ਇਹ ਗੱਲ ਕਹਿੰਦੇ ਆ ਵੀ ਕੱਲ ਨੂੰ ਸਾਨੂੰ ਨੀਹਾਂ ਦੇ ਵਿੱਚ ਚਿਣ ਕੇ ਤੇ ਸ਼ਹੀਦ ਕਰ ਦਿੱਤਾ ਜਾਣਾ, ਉਸ ਦਾਦੀ ਤੇ ਕੀ ਬੀਤੀ ਹੋਵੇਗੀ? ਜਦੋਂ ਏਡੇ ਏਡੇ ਬੱਚੇ ਆ ਕੇ, ਬੱਚਾ ਵੈਸੇ ਹੀ ਇੰਨੀ ਉਮਰ ਦਾ ਕੋਈ ਗੱਲ ਕਰਦੇ ਵੀ ਮੈਂ ਮਰ ਜਾਣਾ, ਏਡੇ ਏਡੇ ਬੱਚਿਆਂ ਨੂੰ ਤੁਸੀਂ ਮਰ ਦੇ ਸੰਸਕਾਰ ਤੇ ਨਹੀਂ ਖੜਦੇ ਵੀ ਬੱਚੇ ਡਰ ਜਾਣਗੇ, ਘਬਰਾ ਜਾਣਗੇ। ਏਡੇ ਬੱਚਿਆਂ ਨੂੰ ਅਕਸਰ ਚਲੋ ਪਰਿਵਾਰਾਂ ਦੇ ਵਿੱਚ ਘਟਨਾਵਾਂ ਵਾਪਰਦੀਆਂ ਨੇ। ਗੁਰੂ ਨਾਨਕ ਸਾਹਿਬ ਕਹਿੰਦੇ ਸਮਾਂ ਸਾਰਿਆਂ ਤੇ ਆਉਣਾ ਹੈ, ਹਮ ਆਦਮੀ ਹਾਂ ਇੱਕ ਦਮੀ, ਮੋਹਲਤ ਮੌਤ ਨਾ ਜਾਣਾ, ਨਾਨਕ ਬਿਨਵੈ ਤਿਸੈ ਸਰੇਵੋ ਜਾ ਕੇ ਜੀ ਪ੍ਰਾਣਾ। ਅਸੀਂ ਤੇ ਇੱਕ ਦਮ ਦੇ ਪਰਾਉਣੇ ਆ, ਸਾਹ ਆ ਗਿਆ ਤੇ ਠੀਕ, ਨਾ ਆ ਗਿਆ ਤੇ ਡੈਡ ਬੋਡੀ ਆ ਉਹ। ਏਡੇ ਬੱਚੇ ਨੂੰ ਅਸੀਂ ਮਰਗ ਦੇ ਸੰਸਕਾਰ ਤੇ ਨਹੀਂ ਲੈ ਕੇ ਜਾਂਦੇ ਨਾਲ ਸ਼ਮਸ਼ਾਨ ਘਾਟ ਦੇ ਵਿੱਚ। ਤੇ ਏਡੇ ਏਡੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਫਰਜ਼ੰਦ 7 ਤੇ 9 ਸਾਲ ਦੀਆਂ ਉਮਰਾਂ, ਕਹਿੰਦੇ ਦਾਦੀ ਮਾਂ ਕੱਲ ਨੂੰ ਅਸੀਂ ਪ੍ਰੀਖਿਆ ਦੇ ਵਿੱਚੋਂ ਪਾਸ ਹੋ ਜਾਵਾਂਗੇ। ਦਾਦੀ ਇਹ ਆਖਰੀ ਰਾਤ ਹੈ ਅੱਜ ਤੇਰੀ ਗੋਦੀ ਦੇ ਵਿੱਚ। ਦਾਦੀ ਘੁੱਟ ਘੁੱਟ ਕੇ ਆਪਣੇ ਸੀਨੇ ਨਾਲ ਲਾ ਲੈ। ਦਾਦੀ ਅੱਜ ਘੁੱਟ ਘੁੱਟ ਕੇ ਸੀਨੇ ਨਾਲ ਲਾ ਲਾ ਕੇ ਸਾਨੂੰ ਲੋਰੀਆਂ ਦੇ ਦੇ। ਤੇ ਇੱਕ ਗੱਲ ਹੋਰ ਯਾਦ ਰੱਖੀ, ਕੱਲ ਨੂੰ ਅਸੀਂ ਕੂਚ ਕਰ ਜਾਣਾ ਹੈ, ਚਲਾਣਾ ਕਰ ਜਾਣਾ, ਚਲੇ ਜਾਣਾ ਦਾਦੇ ਦੇ ਕੋਲ। ਪਰ ਦਾਦੀ ਮਾਂ ਜਿਉਂ ਸਾਡੀ ਮਾਤਾ ਚੜ੍ਹਾਈ ਕੀਤੀ ਆ, ਅਸੀਂ ਤੇਰੀ ਗੋਦੀ 'ਚ ਪਲੇ ਆ, ਤੂੰ ਹੀ ਸਾਨੂੰ ਲੋਰੀਆਂ ਦਿੱਤੀਆਂ ਨੇ, ਤੇ ਕਿਤੇ ਦੇਰ ਨਾ ਕਰਕੇ ਆਵੀਂ, ਸਾਡੇ ਮਗਰੇ ਆ ਜਾਈਂ ਉੱਥੇ ਸੱਚਖੰਡ, ਸਾਡੇ ਮਗਰੇ ਆ ਜਾਵੀਂ। 7 ਤੇ 9 ਸਾਲਾ ਬੱਚੇ ਤੁਹਾਡੇ ਸਾਹਮਣੇ ਬੈਠੇ, ਇਹਨਾਂ ਵੱਲ ਝਾਤੀ ਮਾਰ ਲਿਓ, ਦਾਦੀ ਸਾਡੇ ਮਗਰ ਆ ਜਾਇਓ ਜੇ। ਅਗਲੀ ਸਵੇਰ ਹੋਈ, ਦਾਦੀ ਮਾਂ ਨੇ ਆਪਣੇ ਪੋਤਰਿਆਂ ਨੂੰ ਉਠਾਇਆ। ਉਸ ਦਾਦੀ ਨੂੰ, ਉਸ ਮਾਂ ਨੂੰ ਕਿਵੇਂ ਨੀਂਦ ਆਈ ਹੋਵੇਗੀ ਜਿਸ ਮਾਂ ਨੂੰ ਇਸ ਗੱਲ ਦਾ ਪਤਾ ਹੈ ਸਵੇਰੇ ਸਵੇਰੇ ਆ ਜਿਹੜੀਆਂ 2 ਨਿਸ਼ਾਨੀਆਂ ਮੇਰੇ ਕੋਲ ਬਚੀਆਂ ਸੀ, ਆ 2 ਮੇਰੇ ਪੋਤਰੇ, ਗੁਰੂ ਗੋਬਿੰਦ ਮੇਰਾ ਪੁੱਤਰ ਮੇਰੀ ਝੋਲੀ ਪਾ ਗਿਆ ਸੀ, ਇਹਨਾਂ ਦੀ ਸੰਭਾਲ ਕਰਨੀ ਆ 2 ਮੇਰੇ ਪਰਿਵਾਰ ਚੋਂ ਜੀ। ਹੁਣ ਵੇਖੋ ਕਿੰਨਾ ਲੰਮਾ ਪਰਿਵਾਰ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਧੀ ਬਣਾ ਕੇ ਲੈ ਕੇ ਆਏ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨਾਲ ਲਾਵਾਂ ਲਈਆਂ, ਆਨੰਦ ਕਾਰਜ ਹੋਇਆ, ਆਨੰਦਪੁਰ ਸਾਹਿਬ ਵਸਿਆ, ਅੰਮ੍ਰਿਤ ਦਾ ਬਾਟਾ ਤਿਆਰ ਹੋਇਆ। ਤੇ ਉਸ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਕੱਲਾ ਸੀਸ ਤੱਕਿਆ ਤੇ ਅਰਦਾਸ ਕੀਤੀ, ਪਾਤਸ਼ਾਹ ਜੀ ਗੁਰੂ ਤੇਗ ਬਹਾਦਰ ਮਹਾਰਾਜ ਕਿਰਪਾ ਕਰਿਓ, ਜਿਵੇਂ ਆਪ ਦੀ ਕੇਸਾਂ ਸਵਾਸਾਂ ਨਾਲ ਨਿਭ ਗਈ ਆ, ਮੇਰੀ ਵੀ ਕੇਸਾਂ ਸਵਾਸਾਂ ਨਾਲ ਨਿਭ ਜਾਏ। ਸਿਰ ਦੇ ਸਾਈਂ ਇਹ ਜ਼ਰੂਰ ਕਿਰਪਾ ਕਰਿਓ। ਅੱਜ ਹੁਣ ਜਦੋਂ ਨੌਵਾਂ ਕੋਲ ਨਹੀਂ, ਪੁੱਤਰ ਕੋਲ ਨਹੀਂ, ਵੱਡੇ ਸਾਹਿਬਜ਼ਾਦੇ ਵੱਡੇ ਪੋਤਰੇ ਕੋਲ ਨਹੀਂ, ਤੇ 2 ਛੋਟੇ ਛੋਟੇ ਬੱਚੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ, ਤੇ ਉਹਨਾਂ ਵੀ ਸਵੇਰੇ ਜਾਣਾ ਵਾ ਤੇ ਵਾਪਸ ਨਹੀਂ ਆਉਣਾ। ਦਾਦੀ ਨੇ ਆਪਣੇ ਉਹਨਾਂ ਪੋਤਰਿਆਂ ਨੂੰ ਉਠਾਇਆ, ਬਾਣੀ ਪੜ੍ਹੀ, ਨਿਤਨੇਮ ਕੀਤਾ। ਬਾਣੀ ਪੜਨ ਤੋਂ ਬਾਅਦ ਉਹ ਸਿਪਾਹੀ ਅੱਜ ਫਿਰ ਆਏ। ਉਹ ਵੀ ਨਰਮ ਦਿਲ ਸਨ, ਹੁਕਮ ਦੇ ਬੱਝੇ ਹੋਏ ਨੇ। ਅੱਜ ਉਹਨਾਂ ਨੂੰ ਪਤਾ ਹੈ ਕਿ ਅੱਜ ਜਿਨ੍ਹਾਂ ਨੂੰ ਅਸੀਂ ਲੈ ਕੇ ਜਾਣਾ, ਅੱਗੇ ਤੇ 2 ਦਿਨ ਹੋ ਗਏ ਆ ਲੈ ਕੇ ਜਾਂਦੇ ਆ ਨਾਲ, ਤੇ ਸ਼ਾਮਾਂ ਨੂੰ ਜਦੋਂ ਆਉਨੇ ਆ ਤੇ ਦਾਦੀ ਦਾ ਚਿਹਰਾ ਖਿੜਿਆ ਹੁੰਦਾ ਹੈ, ਬੱਚਿਆਂ ਦੇ ਚਿਹਰੇ ਖਿੜੇ ਵੇਖ ਕੇ ਕਿ ਇਹ ਅੱਜ ਪ੍ਰੀਖਿਆ ਚੋਂ ਪਾਸ ਹੋਏ ਨੇ, ਇਹਨਾਂ ਠੋਕ ਠੋਕ ਸੂਬਾ ਸਰਹੰਦ ਨੂੰ ਜਵਾਬ ਦਿੱਤੇ ਹੋਣੇ ਆ। ਤੇ ਅੱਜ ਉਹ ਵੀ ਜਾਣਦੇ ਨੇ ਜਿਨ੍ਹਾਂ ਨੂੰ ਅਸੀਂ ਲੈ ਕੇ ਜਾਣਾ, ਇਹਨਾਂ ਅੱਜ ਵਾਪਸ ਨਹੀਂ ਆਉਣਾ, ਸ਼ਾਮ ਨੂੰ ਇਹਨਾਂ ਵਾਪਸ ਨਹੀਂ ਮੁੜਨਾ। ਦਾਦੀ ਮਾਂ ਇਹਨਾਂ ਨੂੰ ਭੇਜ ਸਾਡੇ ਨਾਲ, ਇਹਨਾਂ ਨੂੰ ਅਸੀਂ ਲੈ ਕੇ ਜਾਣਾ। ਫਤਵਾ ਜਾਰੀ ਹੋ ਚੁੱਕਾ ਹੈ, ਥੱਲੇ ਲੋਕਾਂ ਦੀ ਭੀੜ ਇਕੱਠੀ ਹੋਈ ਆ ਸਰਹੰਦ ਦੇ ਵਿੱਚ, ਇਸ ਕਿਲੇ ਦੇ ਵਿੱਚ ਭੀੜ ਇਕੱਠੀ ਹੋਈ ਆ। ਲੋਕੀ ਤਮਾਸ਼ਾ ਵੇਖਣ ਵਾਸਤੇ ਆਏ ਨੇ, ਪਰ ਉਹ ਮੂੰਹ ਵਿੱਚ ਉਂਗਲਾਂ ਪਾ ਪਾ ਕੇ ਕਰਦੇ ਆ। ਉਹ ਕਹਿਰ ਹੋਣ ਲੱਗਾ ਆ, ਇਹ ਤੇ ਮਾਸੂਮ ਬੱਚਿਆਂ ਦੇ ਨਾਲ ਕਹਿਰ ਹੋਣ ਲੱਗਾ ਏ। ਦਾਦੀ ਮਾਂ ਨੇ ਆਪਣੇ ਬੱਚਿਆਂ ਨੂੰ ਤਿਆਰ ਕੀਤਾ। ਅੱਜ ਆਖਰੀ ਵਾਰ ਘੁੱਟ ਘੁੱਟ ਸੀਨੇ ਨਾਲ ਲਾਇਆ। ਜੋਗੀ ਅੱਲਾ ਯਾਰ ਖਾਂ ਲਿਖਦਾ, ਦਾਦੀ ਨੇ ਆਖਿਆ, आओ जाने से पहले गले से लगा तो लूं,
ਕੇਸੋਂ ਕੋ ਕੰਗੀ ਕਰੂੰ ਮੂੰਹ ਦੁਲਾ ਤੋ ਲੂੰ। ਹੁਣ ਆਪਣੇ ਬੱਚਿਆਂ ਵੱਲ ਝਾਤੀ ਮਾਰਿਓ, ਜਦੋਂ ਮਾਵਾਂ ਕਹਿ ਦਿੰਦੀਆਂ ਜੀ ਸਾਡਾ ਬੱਚਾ ਨਾ ਕੇਸ ਨਹੀਂ ਵਾਹੁੰਦਾ, ਸਾਡਾ ਬੱਚਾ ਨਾ ਇਹ ਰੋਂਦਾ ਏ ਕੇਸ ਵਾਹੁਣ ਲੱਗਿਆ, ਸਾਡਾ ਬੱਚਾ ਸਿਰ ਤੇ ਦਸਤਾਰ ਸਜਾਉਣ ਲੱਗਿਆ ਰੋਂਦਾ ਏ, ਸਾਡਾ ਬੱਚਾ ਸਿਰ ਨਹਾਉਂਦਾ ਨਹੀਂ, ਸਿਰ ਵਹਾਉਂਦਾ ਨਹੀਂ, ਤੇ ਕੀ ਕੀਤਾ ਜਾਏ? ਤੇ ਮਾਵਾਂ ਕਹਿੰਦੀਆਂ ਫਿਰ ਸੌਖਾ ਹੀ ਕੰਮ ਆ, ਨਾ ਵਾਹੁਣੇ ਪਿਆ ਕਰਨ ਤੇ ਨਾ ਜੂੜਾ ਕਰਨਾ ਪਿਆ ਕਰੇ। ਤੇ ਇੱਧਰ ਵੇਖੋ ਬੱਚੇ ਸ਼ਹੀਦ ਹੋਣ ਵਾਸਤੇ ਚੱਲੇ ਆ, ਬੱਚੇ ਆਪਣੀ ਕੌਮ ਵਾਸਤੇ, ਇਹਨਾਂ ਬੱਚਿਆਂ ਦੇ ਭਵਿੱਖ ਨੂੰ ਰੌਸ਼ਨ ਕਰਨ ਵਾਸਤੇ ਆਪਣਾ ਬਲੀਦਾਨ, ਆਪਣੀ ਕੁਰਬਾਨੀ ਦੇਣ ਵਾਸਤੇ ਚੱਲੇ ਆ। ਤੇ ਜੋਗੀ ਅੱਲਾ ਯਾਰ ਖਾਂ ਲਿਖਦਾ, ਦਾਦੀ ਕਹਿੰਦੀ ਹੈ ਜਾने से पहले गले से लगा तो लूं, केसों को कंगी करूं मुंह दुला तो लूं, नन्हे से सरों पे नन्ही सी कलगी सजा तो लूं, मरने से पहले तुमको दुल्हा बना तो लूं। अज मेरे पुत लाड़े बन लगे, मेरे लाल दे लाल अज लाड़े बनन लगे आ, अज लाड़े बन लगे आ। लाड़ी मौत नूं विआउण वास्ते जाना है इन्हां ने, मैं इन्हां दे सिरां ते कलगियां सजा लवां। हालांकि बेशक अज बहुते विद्वान कहंदे कि यह केवल ओदी अपनी मन की भावना है, चाहे कुछ भी होवे जरूर दादी मां ने इस तरह अपने बच्चों को तैयार करके तोरिया होवेगा। जाने से पहले गले से लगा तो लूं, केसों को कंगी करूं मुंह दुला तो लूं, नन्हे से सरों पे नन्ही सी कलगी सजा तो लूं, मरने से पहले तुमको दुल्हा बना तो लूं। मैं अपने पोतरियां नूं, अपने इन्हां छोटे छोटे गोबिंद दे फरजंदां नूं लाड़ी मौत नूं विआउण वास्ते लाड़े ते बना लवां। तुर लगे साहिबजादे तुर पै दोवें लाडले, जद फतेह बुला के वार अखीरी मां दे चरनी हथ ला के। जदों तुर पए ना दोवें, थोड़ा जिहा अगां गए ते बाबा फतेह सिंह ने पछाण नूं तकिया, जदों दादी वाल नूं वेखिया ते दादी क्या पुत्र मुड़ पिया? फिर पिछे कह लगा मां मुड़िया नहीं, मैं ते तेनों फिर वो रात वाली गल चेते कराउण वास्ते आया कि दादी तेरे तो बगैर मेरा दिल नहीं लगना। असीं सचखंड चले आ, दादी उडीकांगे तैनूं हुण सचखंड विच जाके, हुण तैनूं सचखंड विच जाके मैं उडीक करांगा तेरी, ते तुसीं जल्दी आउणा अम्मीए, ना देरी लाउणा, बहुती देर ना ला के आउणा, नहीं ते रुस जाऊ तेरे नाल फतेह सिंह तेरा जी परचाउणा, नहीं ते मैं तेरे नाल रुस जाना ही, मगरे आ जाई जल्दी। दादी मां कहंदी चलो मेरे हीरियो मैं मगरे आवां। पुत्तरां बाझों जिउंदियां कद सुणियां मावां, कहंदे मावां पुत्तरां तो बगैर कदे रह सकदियां, तुसीं चलो मैं तुहाडे मगरे आवांगी। दादी मां कहंदी चलो मेरे हीरियो मैं मगरे आवां, पुत्तां बाझों जिउंदियां कद सुणियां मावां, तोर घर दियां रौनकां लोको मैं सचखंड वसावां। कहंदे मैं अपने घर दियां रौनकां नूं तोड़ के ते मैं जिथे सचखंड वसाउणा उत्थे जाके असीं इकट्ठे होना वा, उत्थे आ छोटे छोटे बच्चे इन्हां दा भविख रोशन करन वास्ते, इन्हां नूं आजाद आबो हवा दे विच साह देण वास्ते मैं अपने पुत्तरे कुर्बान करन लगी हां। उत्थे दादी मां दे मन विच बहुत ख्याल आए होणगे कि मेरे पोतरियां वड्डे होना सी, इन्हां लाड़े बनना सी, इन्हां दे विआह होने सन, इन्हां ने धीआं विआह के लियाउणियां, मेरियां नौवां विआह के लियाउणियां सन मेरे पुत्तर दियां। उत्थे दादी ने अरछां च बैठी हुई इन्हां दी माता माता जीतों नूं याद कीता है। संबोधन करके दादी मां कहंदी है कि धी राणीए अज किते तूं जिउंदी हुंदी ते तूं वेखदी इन्हां दे सिरां ते मौत दा सेहरा किड्डा सोहना लग रिहा है। अज तेरे पुत्र कुर्बान होने वास्ते जा रहे आ, शहादत दा जाम पीण वास्ते जा रहे आ। सब तो वड्डा जिहड़ा ਪ੍ਰੀਖਿਆ ਵਾ, सब तो वड्डा जिहड़ा इम्तिहान है अज वो पास करन वास्ते चले आ। तक ते सही इन्हां नूं बच्चा इम्तिहान देण वास्ते चलिया होवे ते मां उहनूं दही खवाउंदी है, मां उहनूं वार-वार आशीर्वाद देंदी, ओहदे सिर ते हत्थ रखदी, मेरा पुੱਤ कामयाब हो के आवेगा।
ਤੇ ਦਾਦੀ ਮਾਂ ਕਹਿੰਦੀ ਆ ਜਾ ਜੀਤਾ ਰਾਣੀਏ ਲੈ ਮਿੰਟ ਉਧਾਰੇ, ਆ ਜਾ ਧੀਏ ਤੱਕ ਲੈ ਚੰਨ ਚੜ੍ਹਦੇ ਖਾਰੇ, ਸਿਹਰੇ ਇਸ ਉਮਰੇ ਧੀਏ ਕਿੰਨੇ ਲੱਗਦੇ ਪਿਆਰੇ। ਵੇਖ ਇਹਨਾਂ ਦੇ ਸਿਰਾਂ ਤੇ ਲਾੜੀ ਮੌਤ ਦਾ ਸਿਹਰਾ ਕਿੱਡਾ ਸੋਹਣਾ ਲੱਗਦਾ ਹੈ। ਲੈ ਕੇ ਸਿਪਾਹੀ ਤੁਰ ਪਏ। ਪੌੜੀਆਂ ਚੋਂ ਦਾਦੀ ਨੇ ਉਤਰਦਿਆਂ ਵੇਖਿਆ ਸਾਹਿਬਜ਼ਾਦਿਆਂ ਨੂੰ। ਹੌਲੀ ਹੌਲੀ ਪਹੁੰਚੇ ਉਸ ਥਾਂ ਤੇ ਜਿੱਥੇ ਲਾੜੀ ਮੌਤ ਇੰਤਜ਼ਾਰ ਕਰ ਰਹੀ ਹੈ। ਦੋ ਜਲਾਦ ਤਿਆਰ ਕੀਤੇ ਗਏ ਜਿਨ੍ਹਾਂ ਦਾ ਨਾਂ ਹੈ ਸ਼ਾਸਲ ਬੇ। ਇੱਟਾਂ ਤਿਆਰ ਹੋਈਆਂ, ਗਾਰਾ ਤਿਆਰ ਹੋਇਆ। ਇੱਥੇ ਇੱਕ ਵਿਦਵਾਨ ਹੋਇਆ ਜੀ ਕਵੀ ਦੁੰਨਾ ਸਿੰਘ ਹੰਡੂਰੀਆ। ਉਹ ਲਿਖਦਾ ਹੈ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿਰਨ ਤੋਂ ਪਹਿਲਾਂ ਇਹ ਜਿਹੜਾ ਸੁੱਚਾ ਨੰਦ ਹੈ ਨਾ, ਇਹਨੇ ਤੂਤ ਦੀ ਸ਼ਮਕ ਲੈ ਕੇ ਅੱਤ ਦੀ ਠੰਡ ਪੈਂਦੀ ਹੈ, ਸਰੀਰ ਦੇ ਉੱਤੇ ਕੋਈ ਗਰਮ ਕੱਪੜਾ ਨਹੀਂ, ਤੇ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਦੇ ਪਿੱਠ ਦੇ ਉੱਤੇ ਨੇ ਤੂਤ ਦੀਆਂ ਸ਼ਮਕਾਂ ਮਾਰੀਆਂ ਨੇ, ਤੂਤ ਦੀਆਂ ਸ਼ਮਕਾਂ। ਉਹਦੀ ਕਿਤਾਬ ਹੈ ਕਥਾ ਗੁਰ ਸੁਤਨ ਕੀ, ਕਥਾ ਗੁਰੂ ਦਿਆਂ ਪੁੱਤਰਾਂ ਦੀ ਜ਼ਰੂਰ ਪੜ੍ਹਿਓ, ਇਹ ਉਹਦੇ ਵਿੱਚ ਲਿਖਿਆ ਹੋਇਆ। ਉਹਦੇ ਵਿੱਚ ਹੋਰ ਵੀ ਗੱਲਾਂ ਲਿਖੀਆਂ ਜਿਨ੍ਹਾਂ ਨੂੰ ਵਿਦਵਾਨਾਂ ਨੇ ਪ੍ਰਵਾਨ ਨਹੀਂ ਕੀਤਾ। ਉਹ ਕਹਿੰਦਾ ਇਹਨਾਂ ਨੂੰ ਬੋਰੀ ਦੇ ਵਿੱਚ ਪਾ ਕੇ ਨਾ, ਬੋਰੀ ਵਿੱਚ ਪਾ ਕੇ, ਜਿਵੇਂ ਉਹਨੇ ਲਿਖਿਆ ਵਾ, ਪ੍ਰਵਾਨ ਨਹੀਂ ਹੋਇਆ। ਪਰ ਮੈਂ ਦੱਸ ਰਿਹਾ ਉਸ ਕਿਤਾਬ ਵਿੱਚ ਇਹ ਵੀ ਨਾਂ ਲਿਖਿਆ ਉਸ ਗ੍ਰੰਥ ਦੇ ਵਿੱਚ ਕਿ ਬੋਰੀ ਦੇ ਵਿੱਚ ਪਾ ਕੇ ਵਿੱਚ ਮਿਰਚਾਂ ਪਾਈਆਂ ਗਈਆਂ ਉਸ ਬੋਰੀ ਦੇ, ਵੀ ਇੰਨੇ ਤਸੀਹੇ ਦਿੱਤੇ ਗਏ ਵੀ ਕਿਸੇ ਤਰੀਕੇ ਦੇ ਨਾਲ ਮਾਰਨਾ ਨਹੀਂ ਆ ਉਹਨਾਂ ਦੀ ਕੋਸ਼ਿਸ਼। ਮਾਰਨਾ ਹੁੰਦਾ ਤੇ ਇੱਕਦਮ ਸ੍ਰੀ ਸਾਹਿਬ ਦੇ ਨਾਲ ਗਰਦਨਾਂ ਕੱਟ ਦਿੰਦੇ, ਸ਼ਹੀਦ ਕਰ ਦਿੰਦੇ, ਪਰ ਮਾਰਨਾ ਨਹੀਂ ਆ। ਆਪਣੀ ਈਨ ਮਨਾਉਣੀ ਆ ਵੀ ਤੁਸੀਂ ਇਸਲਾਮ ਨੂੰ ਕਬੂਲ ਕਰ ਲਓ, ਤੁਸੀਂ ਆਪਣੇ ਕੇਸ ਕਤਲ ਕਰਵਾ ਲਓ, ਤੁਸੀਂ ਆ ਬਾਬੇ ਨਾਨਕ ਦੀ ਜਪਜੀ ਸਾਹਿਬ ਬਾਣੀ ਛੱਡ ਦਿਓ, ਤੁਸੀਂ ਬਾਣਾ ਛੱਡ ਦਿਓ, ਸਾਡੇ ਧਰਮ ਚ ਆ ਜਾਓ, ਹੂਰਾਂ ਦੇਾਂਗੇ, ਡੋਲੇ ਦੇਾਂਗੇ, ਤਖਤ ਜਾਗੀਰਾਂ ਸਾਰਾ ਕੁਝ ਹੀ ਮਿਲੇਗਾ। ਪਰ ਨਹੀਂ ਮੰਨੇ। ਇੱਥੇ ਸ਼ਮਕਾਂ ਦੇ ਨਾਲ, ਤੂਤ ਦੀਆਂ ਸ਼ਮਕਾਂ ਦੇ ਨਾਲ ਸਾਹਿਬਜ਼ਾਦਿਆਂ ਨੂੰ ਕੁੱਟਿਆ ਗਿਆ, ਲੱਕ ਦੇ ਉੱਤੇ ਸ਼ਮਕਾਂ ਮਾਰੀਆਂ ਗਈਆਂ। ਫਿਰ ਪੁੱਛਿਆ ਗਿਆ ਵੀ ਹੁਣ ਦੱਸੋ, ਕਹਿਣ ਲੱਗੇ ਉਹੀ ਜਵਾਬ ਹੈ ਜਿਹੜਾ ਪਹਿਲਾਂ ਸੀ। ਫਿਰ ਉਹ ਦੁੰਨਾ ਸਿੰਘ ਹਡੂਰੀਆ ਲਿਖਦਾ, ਕਹਿੰਦੇ ਇਹਨਾਂ ਨੂੰ ਪਿੱਪਲ ਦੇ ਨਾਲ ਬੰਨਿਆ ਗਿਆ, ਪਿੱਪਲ ਦੇ ਨਾਲ ਬਾਹਾਂ ਬੰਨ ਕੇ, ਤੇ ਗੁਲੇਲਾ ਹੁੰਦਾ ਹੈ ਨਾ, ਤੁਸੀਂ ਵੇਖਿਆ ਹੋਣਾ, ਗੁਲੇਲ ਲੱਕੜ ਦੀ ਬਣੀ ਹੁੰਦੀ ਆ, ਉਹਦੇ ਉੱਪਰ ਰਬੜ ਬੰਨੀ ਹੁੰਦੀ ਆ, ਜਿਹਨੂੰ ਸਾਈਕਲ ਦੀ ਟਿਊਬ ਦੇ ਨਾਲ ਵੀ ਬੰਨਿਆ ਜਾਂਦਾ ਹੈ। ਉਹ ਗੁਲੇਲ ਲੈ ਕੇ ਤੇ ਉਹਦੇ ਵਿੱਚ ਪੱਥਰ ਪਾ ਕੇ ਤੇ ਸਾਹਿਬਜ਼ਾਦਿਆਂ ਵੱਲ ਕਰ ਕਰਕੇ ਨਿਸ਼ਾਨੇ ਬਣਾਏ ਗਏ, ਤਮਾਸ਼ਾ ਬਣਾਇਆ ਗਿਆ ਉੱਥੇ ਪੂਰਾ। ਕਾਹਦੇ ਵਾਸਤੇ? ਵੀ ਜਿਹੜੀ ਆਉਣ ਵਾਲੀ ਜਨਰੇਸ਼ਨ ਆ, ਆਉਣ ਵਾਲੀ ਪੀੜ੍ਹੀ ਆ, ਜਾਂ ਆ ਜਿਹੜੇ ਲੋਕਾਂ ਦਾ ਹਜੂਮ ਇਕੱਠਾ ਹੋਇਆ ਵਾ, ਇਹ ਗਾਂ ਕਦੀ ਹਕੂਮਤ ਦੇ ਬਾਗੀ ਨਾ ਹੋਣ, ਕਦੀ ਹਕੂਮਤ ਦੇ ਬਾਗੀ ਨਾ ਹੋਣਗੇ ਲੋਕ ਜਿਨ੍ਹਾਂ ਦੇ ਸਾਹਮਣੇ ਤਸੀਹੇ ਦਿੱਤੇ ਜਾ ਰਹੇ ਆ। ਗੁਲੇਲੇ ਮਾਰੇ ਗਏ। ਤੇ ਦੁੰਨਾ ਸਿੰਘ ਹਡੂਰੀਆ ਲਿਖਦਾ, ਕਹਿੰਦਾ ਇੱਕ ਪੱਥਰ, ਇੱਕ ਰੋੜਾ ਜਦੋਂ ਗੁਲੇਲ ਦੇ ਨਾਲ ਚਲਾਇਆ ਗਿਆ, ਉਹ ਛੋਟੇ ਬਾਬਾ ਫਤਿਹ ਸਿੰਘ ਦੇ ਅੱਖ ਦੇ ਉੱਤੇ ਜਾ ਕੇ ਵੱਜਾ। ਜਦੋਂ ਕੋਈ ਸਾਡੇ ਅੱਖ 'ਚ ਚੀਜ਼ ਵੱਜਦੀ ਹੈ ਨਾ, ਤੇ ਦੋਵੇਂ ਅੱਖਾਂ ਬੰਦ ਹੋ ਜਾਂਦੀਆਂ, ਇੱਕਦਮ ਦੋਵੇਂ ਅੱਖਾਂ ਬੰਦ ਹੋ ਜਾਂਦੀਆਂ, ਅੱਖ ਦੇ ਵਿੱਚੋਂ ਪਾਣੀ ਵਗਣ ਲੱਗ ਪੈਂਦਾ ਹੈ, ਤੇ ਉਸ ਪਾਣੀ ਦੇ ਨਾਲ ਗਲਾ ਤੱਕ ਜਿਹੜਾ ਉਹ ਕੌੜਾ, ਜ਼ਹਿਰ ਵਰਗਾ ਕੌੜਾ ਹੋ ਜਾਂਦਾ। ਜਦੋਂ ਕੋਈ ਚੀਜ਼ ਅੱਖ 'ਚ ਵੱਜਦੀ ਹੈ ਤੇ ਗਲਾ ਜਿਹੜਾ ਉਹ ਭਾਰ ਆਉਂਦਾ ਹੈ, ਗੱਚ ਭਰ ਜਾਂਦਾ ਹੈ ਪਾਣੀ ਦੇ ਨਾਲ। ਜਦੋਂ ਉਹ ਪੱਥਰ ਵੱਜਾ ਤੇ ਗਿਆ ਸੁੱਚਾ ਨੰਦ ਕੋਲ, ਕਾਜੀ ਗਿਆ ਕੋਲ ਜਾ ਕੇ, ਫਿਰ ਪੁੱਛਿਆ ਕਿ ਹੁਣ ਬੜੀਆਂ ਉੱਥੇ ਡੀਂਗਾ ਮਾਰਦੇ ਸੀ, ਅਸੀਂ ਜਾਵਾਂਗੇ ਜੰਗਲ 'ਚ, ਸਿੱਖ ਇਕੱਠੇ ਕਰਾਂਗੇ ਕਰਕੇ ਤੇ ਤੇਰੀਆਂ ਜੜ੍ਹਾਂ ਲਾਵਾਂਗੇ, ਹੁਣ ਦੱਸੋ ਹੈ ਪ੍ਰਵਾਨ ਦੀਨ, ਬੁਲਾਵਾਂ ਵੈਦ ਨੂੰ, ਹੁਣੇ ਤੁਹਾਡਾ ਇਲਾਜ ਕਰ ਦਿੱਤਾ ਜਾਏਗਾ। ਬਾਬਾ ਫਤਿਹ ਸਿੰਘ ਕੋਲੋਂ ਬੋਲਿਆ ਨਹੀਂ ਗਿਆ। ਮਹਿਸੂਸ ਕਰਿਓ ਇਹਨਾਂ ਬੱਚਿਆਂ ਵੱਲ ਵੇਖ ਕੇ ਵੀ ਇਸ ਉਮਰ ਦੇ ਵਿੱਚ ਅੱਖ ਦੇ ਵਿੱਚ ਪੱਥਰ ਵੱਜਾ ਹੋਵੇ, ਅੱਖ 'ਚੋਂ ਪਾਣੀ ਵਹਿ ਰਿਹਾ ਹੋਵੇ, ਅੱਖ 'ਚੋਂ ਖੂਨ ਵਹਿ ਰਿਹਾ ਹੋਵੇ, ਤੇ ਉਹਨੂੰ ਪੁੱਛਿਆ ਜਾ ਰਿਹਾ ਹੋਵੇ ਵੀ ਸਿੱਖੀ ਛੱਡੇਗਾ ਹੋਣਾ ਕਿ ਨਹੀਂ ਛੱਡੇਗਾ, ਇਸਲਾਮ ਕਬੂਲ ਕਰ ਲਏਗਾ ਕਿ ਨਹੀਂ ਕਰ ਲਏਗਾ। ਕਹਿੰਦੇ ਬਾਬਾ ਫਤਿਹ ਸਿੰਘ ਨੇ ਆਪਣਾ ਹੱਥ ਆਪਣੀ ਅੱਖ ਤੇ ਰੱਖਿਆ, ਅੱਖ ਤੇ ਹੱਥ ਰੱਖ ਕੇ ਬਾਬਾ ਫਤਿਹ ਸਿੰਘ ਕੋਲੋਂ ਬੋਲਿਆ ਨਹੀਂ ਗਿਆ। ਉਹਨੇ ਆਪਣਾ ਸਿਰ ਨਾਮ ਵਿੱਚ ਹਿਲਾਇਆ ਕਿ ਨਹੀਂ, ਇਹ ਗੱਲ ਤੂੰ ਭੁੱਲ ਹੀ ਜਾਏ ਤੇ ਵਰਕਾ ਹੀ ਪਾੜ ਦੇ ਕਿ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਨੂੰ ਤੂੰ ਦੀਨ, ਤੂੰ ਇਸਲਾਮ ਜਿਹੜਾ ਇਦਾਂ ਨਹੀਂ, ਅਸੀਂ ਕਦੇ ਵੀ ਪਰਵਾਹ ਨਹੀਂ ਕਰ ਸਕਾਂਗੇ। ਅਸੀਂ ਤੇ ਅਗਾਮ ਮਿਸਾਲ ਪੈਦਾ ਕਰਕੇ ਜਾਣੀ, ਸਾਡੇ ਦਾਦਾ ਜੀ ਤੇ ਮਿਸਾਲ ਪੈਦਾ ਕਰਕੇ ਗਏ ਆ ਕਿ ਜੇ ਅਸੀਂ ਧੱਕੇ ਦੇ ਨਾਲ ਜਨੇਊ ਪਾਇਆ ਨਹੀਂ ਤੇ ਅਸੀਂ ਧੱਕੇ ਨਾਲ ਜਨੇਊ ਲੈਣ ਵੀ ਨਹੀਂ ਦੇਣਾ। ਜੇ ਕਿਸੇ ਦੀ ਮਰਜ਼ੀ ਹੈ ਉਹ ਪਾ ਸਕਦਾ ਹੈ, ਜੇ ਉਹਦਾ ਆਪਣਾ ਮਨ ਚਾਹੁੰਦਾ ਹੈ ਕਿ ਮੈਂ ਨਹੀਂ ਪਾਉਣਾ
ਤੇ ਉਹ ਨਹੀਂ ਪਾ ਸਕਦਾ, ਪਰ ਧੱਕੇ ਦੇ ਨਾਲ, ਜ਼ੁਲਮ ਦੇ ਨਾਲ ਅਸੀਂ ਜਨੇਊ ਨਹੀਂ ਲਾਉਣ ਦੇਣਾ, ਅਸੀਂ ਨਹੀਂ ਲੱਥਣ ਦੇ ਸਕਦੇ, ਅਸੀਂ ਨਹੀਂ ਇਸਲਾਮ ਕਬੂਲ ਕਰਾਂਗੇ। ਇੱਥੋਂ ਫਿਰ ਸਾਹਿਬਜ਼ਾਦਿਆਂ ਨੂੰ ਉਸ ਜਗ੍ਹਾ ਤੇ ਲੈ ਕੇ ਆਂਦਾ ਗਿਆ ਦੁਬਾਰਾ, ਜਿੱਥੇ ਇਹਨਾਂ ਨੂੰ ਨੀਹਾਂ ਦੇ ਵਿੱਚ ਚਿਣਿਆ ਜਾਣਾ ਹੈ। ਉੱਥੇ ਲਿਆ ਕੇ ਇੱਥੇ ਦੋ ਵਿਦਵਾਨਾਂ ਦੀਆਂ ਰਾਇਆਂ ਨੇ। ਇੱਕ ਤੇ ਇਹ ਗੱਲ ਕਹਿੰਦੇ ਆ ਕਿ ਨੀਂਹ ਪੁੱਟੀ ਗਈ, ਨੀਂਹ ਪੁੱਟ ਕੇ ਤੇ ਉਹਦੇ ਵਿੱਚ ਖਿਲਾਰ ਕੇ ਤੇ ਸਾਈਡਾਂ ਤੋਂ ਕੰਧ ਚੁੱਕੀ ਆ। ਤੇ ਇੱਕ ਵਿਦਵਾਨ ਕਹਿੰਦੇ ਆ ਕਿ ਇਹਨਾਂ ਨੂੰ ਵਿੱਚ ਖਿਲਾਰ ਕੇ ਤੇ ਚਰਨਾਂ ਤੋਂ ਲੈ ਕੇ ਛੋਟੀ ਇੱਟ ਲਾਉਂਦਿਆਂ ਇਸ ਤਰੀਕੇ ਦੇ ਨਾਲ ਕੰਧ ਵਿੱਚ ਫਿੱਟ ਕੀਤਾ ਗਿਆ ਹੈ। ਜਦੋਂ ਕਦਮਾਂ ਤੋਂ ਲੈ ਕੇ ਉਹ ਇੱਟ ਚੱਲਦੀ ਹੈ, ਹੌਲੀ ਹੌਲੀ ਚਰਨ ਢੱਕੇ ਗਏ, ਗੋਡਿਆਂ ਤੱਕ ਪਹੁੰਚਦੀ ਹੈ ਕੰਧ। ਜਦੋਂ ਗੋਡੇ ਤੇ ਪਹੁੰਚਦੀ ਆ ਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ, ਕਿਉਂਕਿ ਉਹਨਾਂ ਦਾ ਕੱਦ ਛੋਟਾ ਹੈ ਤੇ ਪਹਿਲਾਂ ਉਹਨਾਂ ਦਾ ਗੋਡਾ ਆਉਣਾ ਆ, ਇੱਥੇ ਸ਼ਾਸਲ ਬੇਗ ਆ ਜਿਹੜਾ ਉਹ ਤੇਸੀ ਲੈ ਕੇ ਤੇ ਇੱਟ ਨੂੰ ਤੋੜਨ ਲੱਗਾ ਹੈ। ਜਦੋਂ ਇੱਟ ਨੂੰ ਤੋੜਨ ਲੱਗਾ ਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਕਹਿੰਦੇ ਆ ਵੀ ਕੀ ਕਰਨ ਲੱਗਾ ਹੈ? ਕਹਿਣ ਲੱਗਾ ਇਹ ਤੇਰੀ ਗੋਡੇ ਦੀ ਚੱਪਣੀ ਵਿੱਚ ਆਉਂਦੀ ਆ ਤੇ ਇਹ ਵਾਰ ਸਿੱਧਾ ਨਹੀਂ ਮੇਰਾ ਹੋ ਰਿਹਾ। ਤੇ ਬਾਬਾ ਫਤਿਹ ਸਿੰਘ ਉੱਥੇ ਕਹਿੰਦਾ, ਉਹ ਮੂਰਖ ਇਨਸਾਨ, ਤੂੰ ਇੱਟ ਨਾ ਤੋੜ, ਇਹ ਕੋਈ ਤੂੰ ਆਮ ਕੰਧ ਨਹੀਂ ਕਰਨ ਲੱਗਾ, ਇਸ ਕੰਧ ਦੇ ਉੱਤੇ ਮੇਰੀ ਕੌਮ ਦੀ ਨੀਂਹ ਰੱਖੀ ਜਾਣੀ ਆ। ਮੈਂ ਨਹੀਂ ਚਾਹੁੰਦਾ ਕਿ ਇਸ ਕੰਧ ਨੂੰ ਕੋਈ ਤੂੰ ਟੁੱਟੀ ਹੋਈ ਇੱਟ ਲਾਵੇਂ। ਮੈਂ ਨਹੀਂ ਚਾਹੁੰਦਾ ਕਿ ਇਸ ਕੰਧ ਨੂੰ ਇੱਕ ਵੀ ਟੁੱਟੀ ਹੋਈ ਤਿੜਕੀ ਹੋਈ ਇੱਟ ਲੱਗੇ, ਇਹਨੂੰ ਤੂੰ ਪੂਰੀ ਸਾਬਤ ਇੱਟ ਲਾ। ਤੇ ਜੇ ਮੇਰੇ ਗੋਡੇ ਦੀ ਚੱਪਣੀ ਵਿੱਚ ਆਉਂਦੀ ਆ ਤੇ ਮੇਰੀ ਚੱਪਣੀ ਵੱਖਰੀ ਕਰ ਦੇ, ਲਾ ਦੇ ਮੇਰੀ ਚੱਪਣੀ ਨੂੰ। ਉਹਨੇ ਲਿਹਾਜ਼ ਨਹੀਂ ਕੀਤਾ। ਉਹਦੇ ਸਿਰ ਤੇ ਤਲਵਾਰ ਲਟਕਦੀ ਸੀ, ਉਹਨੇ ਆਪਣੇ ਬੱਚਿਆਂ ਕੋਲ ਵਾਪਸ ਜਾਣਾ ਹੈ ਘਰ, ਉਹਨੂੰ ਕੋਈ ਮਤਲਬ ਨਹੀਂ ਇਹਨਾਂ ਦੇ ਨਾਲ। ਉਹਨੂੰ ਆਪਣੇ ਬੱਚੇ ਪਿਆਰੇ ਆ, ਪਰ ਉਹ ਮੂਰਖ ਇਹ ਨਹੀਂ ਸੋਚਦਾ ਵੀ ਆਪਣੇ ਬੱਚਿਆਂ ਕੋਲ ਜਾਣ ਵਾਸਤੇ ਮੈਂ ਆਪਣੀ ਉਮਰ ਦੇ, ਆਪਣੇ ਬੱਚਿਆਂ ਦੀ ਉਮਰ ਦੇ ਬੱਚਿਆਂ ਦਾ ਕਤਲ ਕਰਕੇ ਚੱਲਿਆ। ਉਹਨੇ ਤੇਸੀ ਮਾਰੀ ਤੇ ਚੱਪਣੀ ਜਿਹੜੀ ਆ ਗੋਡੇ ਨਾਲੋਂ ਵੱਖਰੀ ਕਰਕੇ ਸੁੱਟ ਦਿੱਤੀ। ਆਪਣਾ ਵਾਰ ਸਿੱਧਾ ਕਰਦਿਆਂ ਕਰਦਿਆਂ ਉਹਨੇ ਪੇਟ ਘੁੱਟਿਆ, ਉਹਨੇ ਛਾਤੀ ਘੁੱਟੀ। ਜਦੋਂ ਧੌਣ ਤੱਕ ਬਾਬਾ ਫਤਿਹ ਸਿੰਘ ਦੇ ਇੱਟਾਂ ਆਈਆਂ ਤੇ ਜ਼ੋਰਾਵਰ ਦੀ ਅੱਖ 'ਚ ਪਾਣੀ ਆ ਗਿਆ। ਇਹ ਪਾਣੀ ਕਿਉਂ ਆਇਆ ਭਲਾ? ਇਸ ਵਾਸਤੇ ਨਹੀਂ ਆਇਆ ਵੀ ਅਸੀਂ ਸ਼ਹੀਦ ਹੋ ਚੱਲੇ ਆ। ਬਾਬਾ ਫਤਿਹ ਸਿੰਘ ਨੇ ਪੁੱਛਿਆ, ਵੀਰ ਕੀ ਗੱਲ ਹੋਈ? ਆ ਗਿਆ। ਕਹਿਣ ਲੱਗਾ, ਘਬਰਾਇਆ ਨਹੀਂ, ਮੈਂ ਤੇ ਇਹ ਸੋਚਦਾ ਵੀ ਵੱਡਾ ਤੇ ਮੈਂ ਸਾਂ ਤੇਰੇ ਨਾਲੋਂ, ਵੱਡਾ ਤੇ ਮੈਂ ਸਾਂ, ਤੂੰ ਤੇ ਮੇਰੇ ਨਾਲੋਂ ਛੋਟਾ ਸੀ, ਤੈਨੂੰ ਤੇ ਮੇਰੇ ਤੋਂ ਬਾਅਦ ਵਿੱਚ ਜਾਣਾ ਚਾਹੀਦਾ ਸੀ ਇੱਥੋਂ, ਪਰ ਤੂੰ ਮੇਰੇ ਨਾਲੋਂ ਪਹਿਲਾਂ ਚੱਲਿਆ ਹੈ। ਜਦੋਂ ਕੰਧ ਹੌਲੀ ਹੌਲੀ ਉਹਨੇ ਗਰਦਨ ਢੱਕਤੀ, ਛਾਤੀ ਘੁੱਟਤੀ, ਮੂੰਹ ਕੱਜਿਆ ਗਿਆ, ਸਿਰ ਕੱਜਿਆ ਗਿਆ ਇੱਟਾਂ ਦੇ ਵਿੱਚ। ਅਖੀਰ ਨੂੰ ਦਮ ਘੁੱਟਿਆ। ਦਮ ਘੁੱਟਣ ਦੇ ਨਾਲ ਉਹ ਕੰਧ ਜਿਹੜੀ ਉਹ ਡਿੱਗ ਪਈ, ਖਿੱਲਰ ਗਈਆਂ ਇੱਟਾਂ ਸਾਰੀਆਂ। ਅਜੇ ਸਾਹ ਚੱਲਦੇ ਸਨ। ਦੁਬਾਰਾ ਫਿਰ ਪਾਣੀ ਦੇ ਛਿੱਟੇ ਮਾਰ ਕੇ ਹਿਲਾਇਆ ਗਿਆ, ਪੈਰਾਂ ਦੀਆਂ ਤਲੀਆਂ ਚੱਸੀਆਂ ਗਈਆਂ, ਹੋਸ਼ ਵਿੱਚ ਲਿਆਂਦਾ ਗਿਆ। ਹੋਸ਼ ਵਿੱਚ ਲਿਆ ਕੇ ਫਿਰ ਦੁਬਾਰਾ ਉਹ ਸਵਾਲ ਕੀਤਾ ਗਿਆ, ਅਜੇ ਵੀ ਮੌਕਾ ਹੈ। ਬਸ ਸਿਰ ਹਿਲਾਇਆ, ਨਹੀਂ ਤੁਸੀਂ ਕਰ ਲਓ ਜੋ ਕਰਨਾ, ਇਹ ਨਹੀਂ ਹੋ ਸਕਦਾ। ਫਿਰ ਸੰਗਤ ਜੀ, ਕਾਜ਼ੀ ਨੇ ਕਿਹਾ ਇਹਨਾਂ ਦਾ ਕੰਮ ਤਮਾਮ ਕਰੋ, ਖਤਮ ਕਰੋ। ਵੇਖ ਨਹੀਂ ਸਕਦੇ, ਉਹ ਤੜਫਦਿਆਂ ਹੋਇਆਂ ਨੂੰ ਨਹੀਂ ਵੇਖ ਸਕਦੇ। ਉਹ ਕਿਵੇਂ ਵੇਖ ਸਕਣਗੇ? ਛੋਟੀ ਛੋਟੀ ਉਮਰਾਂ ਦੇ ਬੱਚੇ, ਅੱਡੀ ਤੇ ਚੋਟੀ ਦਾ ਜ਼ੋਰ ਲਾ ਲਿਆ ਤੇ ਉਹ ਟਿੱਚ ਨਹੀਂ ਜਾਣਦੇ ਉਹਨਾਂ ਨੂੰ। ਇੰਨਾ ਜਜ਼ਬਾ ਦਾਦੀ ਨੇ ਅੰਦਰ ਭਰਿਆ, ਇੰਨਾ ਬਾਣੀ ਨੇ ਰੰਗ ਚਾੜਿਆ। ਸਤਿਗੁਰੂ ਕਿਰਪਾ ਕਰਦੇ ਆ, ਜਾ ਕਉ ਹਰ ਰੰਗ ਲਾਗੋ ਇਸ ਜੁਗ ਮੈਂ, ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸਤਾ। ਕਿ ਉਹਨਾਂ ਆਪਣੇ ਆਪ ਨੂੰ ਜਿੱਤ ਲਿਆ, ਮਨ ਜੀਤੈ ਜਗ ਜੀਤ। ਕੁਛ ਵੀ ਨਹੀਂ ਜਾਣਦੇ ਉਹ ਤੇ ਉਹਨਾਂ ਨੂੰ। ਉਹਨਾਂ ਨੇ ਆਖਿਆ ਦਾ ਇਹਨਾਂ ਦਾ ਕੰਮ ਤਮਾਮ ਕਰੋ। ਉੱਥੇ ਫਿਰ ਉਹ ਜਿਹੜਾ ਕਾਜ਼ੀ ਆ ਉਹ ਕਹਿੰਦਾ ਇਹਨਾਂ ਦੀਆਂ ਗਰਦਨਾਂ ਕੱਟ ਦਿਓ, ਇਹਨਾਂ ਦੀਆਂ ਗਰਦਨਾਂ ਕੱਟ ਦਿਓ, ਵੱਖਰੀਆਂ ਕਰ ਦਿਓ। ਸ਼ਾਸਲ ਬੇਗ ਤੇ ਬਾਸਲ ਬੇਗ ਨੇ ਆਪਣੇ ਪੱਟ ਦੇ ਉੱਪਰ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਦਾ ਸੀਸ ਰੱਖਿਆ। ਸੀਸ ਰੱਖ ਕੇ ਧੌਣ ਨੂੰ ਪਿਛਲੇ ਪਾਸੇ ਨੂੰ ਕਰਕੇ ਆਪਣੇ ਹੱਥ ਵਿੱਚ ਤਿੱਖੀ ਕਟਾਰ ਲੈ ਕੇ ਉਹਨੇ ਬਾਬਾ ਜ਼ੋਰਾਵਰ ਸਿੰਘ ਦੀ ਸਾਹ ਰਗ ਕੱਟ ਦਿੱਤੀ। ਬਾਬਾ ਜ਼ੋਰਾਵਰ ਸਿੰਘ ਦੀ ਸਾਹ ਰਗ ਕੱਟ ਦਿੱਤੀ ਉਹਨੇ।
ਤੇ ਦੁੰਨਾ ਸਿੰਘ ਲਿਖਦਾ ਹੈ ਹਡੂਰੀਆ, ਉਹ ਕਹਿੰਦੇ ਜਦੋਂ ਖੰਜਰ ਲੱਗਾ ਬਾਬਾ ਜ਼ੋਰਾਵਰ ਸਿੰਘ ਦੇ ਤੇ ਉਸੇ ਵੇਲੇ ਉਹਨਾਂ ਦੇ ਪ੍ਰਾਣ ਜਿਹੜੇ ਉਹ ਨਿਕਲ ਗਏ। ਜਦੋਂ ਬਾਬਾ ਫਤਿਹ ਸਿੰਘ ਨੂੰ ਇਸੇ ਤਰ੍ਹਾਂ ਗੋਡੇ ਉੱਤੇ ਰੱਖਿਆ, ਗੋਡੇ ਉੱਤੇ ਰੱਖਣ ਤੋਂ ਬਾਅਦ ਜਦੋਂ ਉਹਨਾਂ ਦੀ ਸਾਹ ਰਗ ਕੱਟੀ ਗਈ ਤੇ ਕਹਿੰਦੇ 12.5 ਮਿੰਟ ਬਾਬਾ ਫਤਿਹ ਸਿੰਘ ਆਪਣੇ ਕਦਮਾਂ ਨੂੰ ਏਦਾਂ ਹਿਲਾਉਂਦੇ ਰਹੇ ਤੇ ਤੜਫਦੇ ਰਹੇ। 12.5 ਮਿੰਟ ਪੂਰੇ ਜਿਹੜੇ ਨੇ ਉਹ ਉੱਥੇ ਤੜਫਦੇ ਰਹੇ ਤੇ ਅਖੀਰ ਨੂੰ ਉਹਨਾਂ ਨੇ ਸ਼ਹਾਦਤ ਦਾ ਜਾਮ ਪੀ ਲਿਆ। ਤੁਸੀਂ 1-2 ਮਿੰਟ ਸਿਮਰਨ ਕਰੋ। ਮੈਨੂੰ ਮਾਫੀ ਦੇਣਾ, 1 ਮਿੰਟ ਬੰਦ ਕਰਿਓ ਭਾਜੀ ਇਹਨੂੰ। 1-2 ਮਿੰਟ ਆਪ ਜੀ ਸਿਮਰਨ ਕਰੋ। ਮੇਰਾ ਥੋੜਾ ਜਿਹਾ ਸਰੀਰ ਜਿਹੜਾ ਉਹ ਢਿੱਲਾ ਲੱਗ ਰਿਹਾ ਹੈ ਤੇ ਆਪ ਜੀ ਜਰੂਰ ਸਿਮਰਨ ਕਰੋ। ਵਾਹਿਗੁਰੂ 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 ਵਾਹਿਗੁਰੂ। ਬਹੁਤ ਹੀ ਇਸ ਗੱਲ ਨੂੰ ਸੁਣਾ ਦੇਣਾ ਤੇ 1 ਮਿੰਟ ਲੱਗਦਾ ਹੈ। ਮੇਰਾ ਆਪਣਾ ਬੱਚਾ 7 ਸਾਲ ਦਾ ਹੈ ਤੇ ਜਦੋਂ ਉਹਦੀ ਤਸਵੀਰ ਆਪਣੀ ਅੱਖਾਂ ਸਾਹਮਣੇ ਲੈ ਕੇ ਆਈਏ ਤੇ ਇਹਨਾਂ ਬੱਚਿਆਂ ਵੱਲ ਵੇਖੀਏ ਜਦੋਂ, ਤੇ ਕੀ ਤੁਹਾਨੂੰ ਲੱਗਦਾ ਕਿ ਬਹੁਤ ਸੌਖਾ ਹੈ ਕਿਤੇ ਇਸ ਚੀਜ਼ ਨੂੰ ਸਹਿਣ ਕਰ ਜਾਣਾ? ਇਹ ਸੁਣਾਉਣਾ ਬਹੁਤ ਸੌਖਾ ਹੈ ਤੇ ਸੁਣਨਾ ਉਹਦੇ ਨਾਲੋਂ ਵੀ ਸੌਖਾ ਹੈ। ਅਸੀਂ ਸੁਣਾਇਆ, ਤੁਸੀਂ ਸੁਣ ਲਿਆ ਤੇ ਕੀ ਹੋਣਾ ਹੈ? ਅਸੀਂ 2-4 ਮਿੰਟ ਵੈਰਾਗ ਵਿੱਚ ਆਏ ਪਰ ਸਾਨੂੰ ਭੁੱਲ ਜਾਣਾ ਉਹਨਾਂ ਕਾਹਦੇ ਵਾਸਤੇ ਕੀਤਾ ਹੈ ਸਾਰਾ ਕੁਝ। ਅਸੀਂ ਫਿਰ ਉਹਨਾਂ ਰੰਗਾਂ ਦੇ ਵਿੱਚ, ਦੁਨੀਆ ਦੇ ਧੰਦਿਆਂ ਵਿੱਚ, ਪੈਸੇ ਦੀ ਦੌੜ ਦੇ ਪਿੱਛੇ ਅਸੀਂ ਫਿਰ ਉਸੇ ਤਰ੍ਹਾਂ ਦੌੜਨਾ ਜਿਵੇਂ ਪਹਿਲਾਂ ਦੌੜ ਰਹੇ ਆ। ਸੁਣਾ ਦਿੱਤਾ, ਸੁਣ ਲਿਆ, ਪਰ ਹੁਣ ਇਹਨਾਂ ਬੱਚਿਆਂ ਵੱਲ ਵੇਖੋ ਤੇ ਜੇ ਤੁਹਾਡੇ ਘਰੇ ਕੋਈ ਹੈ 7 ਤੇ 9 ਸਾਲ ਦਾ ਬੱਚਾ ਤੇ ਉਹਦੀ ਤਸਵੀਰ ਲੈ ਕੇ ਆਓ, ਕਿਵੇਂ ਵਾਰ-ਵਾਰ ਮਾਂ ਆਪਣੇ ਬੱਚੇ ਦਾ ਮੂੰਹ ਚੁੰਮਦੀ ਹੈ, ਕਿਵੇਂ ਪਿਤਾ ਉਹਨੂੰ ਆਪਣੇ ਗਲ ਨਾਲ ਲਾਉਂਦਾ ਆ। ਇਹ ਸੌਖਾ ਨਹੀਂ ਹੈ ਪੰਧ, ਇਹ ਰਸਤਾ ਬਹੁਤ ਔਖਾ ਹੈ। ਹੁਣ ਬੱਚੇ ਦੀ ਸਾਹ ਰਗ ਕੱਟੀ ਗਈ ਹੋਵੇ, ਉੱਥੇ ਖੂਨ ਡੁੱਲ ਗਿਆ ਹੋਵੇ ਤੇ ਉਹ ਬੱਚਾ ਕਦਮ ਹਿਲਾਉਂਦਾ ਰਵੇ ਤੇ ਉਹ ਹਾਲਾਤ, ਉਹ ਸਮਾਂ ਕਿਦਾਂ ਦਾ ਹੋਵੇਗਾ? ਕਿਵੇਂ ਉਸ ਦਾਦੀ ਨੇ ਬੁਰਜ ਤੋਂ ਜਦੋਂ ਤੱਕਿਆ ਹੋਵੇਗਾ ਆਪਣੇ ਪੋਤਰਿਆਂ ਦੇ ਵੱਲ, ਉਹਨੇ ਉਸ ਚੀਜ਼ ਨੂੰ ਕਿਵੇਂ ਆਪਣੇ ਅੰਦਰ ਸਮੇਟ ਲਿਆ ਹੋਵੇਗਾ? ਉਹਨੇ ਕਿਦਾਂ ਇਹ ਸਾਰਾ ਕੁਝ ਸਹਿਣ ਕਰ ਲਿਆ?
ਇਹ ਬਹੁਤ ਔਖਾ ਹੈ, ਕਹਿਣਾ ਬਹੁਤ ਸੌਖਾ ਆ ਸਾਧ ਸੰਗਤ ਜੀ। ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ, ਉਹ ਦੋਵੇਂ, ਬਾਬਾ ਜ਼ੋਰਾਵਰ ਸਿੰਘ ਤੇ ਉਸੇ ਵੇਲੇ ਜਦੋਂ ਸਾਰ ਅਗ ਕੱਟੀ ਗਈ ਤੇ ਸੰਗਤ ਜੀ ਉਹ ਜੋ ਜਿਹੜਾ ਹਡੂਰੀਆ ਹੈ ਨਾ ਦੁੰਨਾ ਸਿੰਘ ਕਵੀ, ਉਹ ਕਹਿੰਦਾ ਉਹ ਇੱਕਦਮ ਉਹਨਾਂ ਦੇ ਪ੍ਰਾਣ ਬੇਗ ਧਾਏ, ਉਸੇ ਵੇਲੇ ਪ੍ਰਾਣ ਨਿਕਲ ਗਏ ਉਹਨਾਂ ਦੇ। ਪਰ ਬਾਬਾ ਫਤਿਹ ਸਿੰਘ ਇਹ ਆधी ਘੜੀ ਕਦਮ ਹਿਲਾਤੇ ਪਏ। ਕਹਿੰਦੇ ਉਹ ਅੱਧੀ ਘੜੀ ਜਿਹੜੀ ਹੈ ਨਾ 12.5 ਮਿੰਟ ਉਹ ਆਪਣੇ ਪੈਰਾਂ ਨੂੰ, ਆਪਣੇ ਕਦਮਾਂ ਨੂੰ ਹਿਲਾਉਂਦੇ ਰਹੇ। ਕਦੋਂ? ਜਦੋਂ ਧੌਣ ਕੱਟੀ ਗਈ, ਸਾਰ ਅਗ ਕੱਟੀ ਗਈ, ਲਹੂ ਵਗਣਾ ਸ਼ੁਰੂ ਹੋ ਗਿਆ। ਜਦੋਂ ਅਸੀਂ ਆਪਣੇ ਬੱਚੇ ਨੂੰ, ਮੈਂ ਅੱਗੇ ਵੀ ਇੱਕ ਦਿਨ ਬੇਨਤੀ ਕੀਤੀ ਸੀ, ਬੱਚੇ ਨੂੰ ਇੱਕ ਟੀਕਾ ਲਵਾਉਣਾ ਹੋਵੇ ਤੇ ਮਾਂ ਕਹਿੰਦੀ ਹੈ ਤੁਸੀਂ ਲਵਾ ਲਓ, ਮੇਰੇ ਨਹੀਂ ਵੱਸ ਦੀ ਗੱਲ ਮੈਂ ਬੱਚੇ ਨੂੰ ਵੇਖ ਸਕਾਂ। ਮਾਂ ਪਾਸੇ ਹੋ ਜਾਂਦੀ ਆ, ਮੇਰੇ ਕੋਲੋਂ ਨਹੀਂ ਤੱਕਿਆ ਜਾ ਸਕਦਾ, ਇਹ ਮੈਂ ਨਹੀਂ ਵੇਖ ਸਕਦੀ ਆਪਣੇ ਬੱਚੇ ਨੂੰ, ਟੀਕਾ ਲੱਗਦਾ ਨਹੀਂ ਵੇਖ ਸਕਦੀ। ਇਹ ਬਹੁਤ ਔਖੀ ਘਾਟੀ ਹੈ। ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ। ਬਾਬਾ ਮੋਤੀ ਰਾਮ ਮਹਿਰਾ ਜੀ ਜਦੋਂ ਦੌੜੇ ਗਏ, ਮੈਂ ਜਾ ਕੇ ਇਹਨਾਂ ਦੀ ਦਾਦੀ ਮਾਤਾ ਗੁਜਰ ਕੌਰ ਨੂੰ ਸੁਨੇਹਾ ਦੇ ਦੇਵਾਂ ਜਾ ਕੇ ਕਿ ਤੇਰੇ ਪੋਤਰੇ ਜਿਹੜੇ ਨੇ ਉਹ ਪ੍ਰੀਖਿਆ ਦੇ ਵਿੱਚੋਂ ਪਾਸ ਹੋ ਗਏ ਆ, ਜਾਂਦਿਆਂ ਨੂੰ ਕੀ ਵੇਖਦਾ ਹੈ। ਦਾਦੀ ਮਾਤਾ ਗੁਜਰ ਕੌਰ ਕੰਧ ਦੇ ਨਾਲ ਚੌਂਕੜਾ ਲਾ ਕੇ ਬੈਠੇ ਨੇ। ਇੱਥੇ ਫਿਰ ਵਿਦਵਾਨਾਂ ਦੀਆਂ ਦੋ ਰਾਵਾਂ ਨੇ। ਸਾਡੀ ਇਹ ਬੜੀ ਵੱਡੀ ਤਰਾਸਦੀ ਹੈ ਕਿ ਅਜੇ ਤੱਕ ਸਾਡੇ ਵਾਸਤੇ ਏਡੀਆਂ ਏਡੀਆਂ ਵੱਡੀਆਂ ਕੁਰਬਾਨੀਆਂ ਹੋ ਗਈਆਂ, ਪਰ ਅਜੇ ਤੱਕ ਅਸੀਂ ਕੋਈ ਇਦਾਂ ਦਾ ਇੱਕ ਸਰੋਤ ਨਹੀਂ ਤਿਆਰ ਕਰ ਸਕੇ ਕਿ ਕਲੀਅਰ ਕੱਟ ਗੱਲ ਕੀ ਹੈ। ਉਹਨਾਂ ਨੂੰ ਸ਼ਹੀਦ ਕੀਤਾ ਗਿਆ ਜਾਂ ਉਹਨਾਂ ਦੇ ਪ੍ਰਾਣ ਜ਼ਰੂਰ ਉਹਨਾਂ ਨੂੰ ਵੀ ਸ਼ਹੀਦ ਕੀਤਾ ਗਿਆ ਹੋਵੇਗਾ, ਮਾਤਾ ਗੁਜਰ ਕੌਰ ਜੀ ਨੂੰ ਵੀ। ਫਿਰ ਇਹਨਾਂ ਦੀਆਂ ਲਾਸ਼ਾਂ ਉੱਥੇ ਪਈਆਂ, ਪਾਵਨ ਸਰੀਰ ਉੱਥੇ ਪਏ ਨੇ। ਜਾਗਦਾ ਫਿਰ ਇੱਕ ਜ਼ਮੀਰ, ਮੇਰਾ ਮਾਤ ਪਿਤਾ ਹਰ ਰਾਇਆ, ਕਰ ਕਿਰਪਾ ਪ੍ਰਤਪਾਲਣ ਲਾਗਾ, ਕਰੀ ਤੇਰਾ ਕਰਾਇਆ। ਇਹ ਫਿਰ ਜ਼ਿੰਮੇਵਾਰੀ ਕਿਸੇ ਨੂੰ ਗੁਰੂ ਨਾਨਕ ਸਾਹਿਬ ਨੇ ਬਖਸ਼ੀ। ਦੀਵਾਨ ਟੋਡਰ ਮੱਲ, ਉਹਨੇ ਜਾ ਕੇ ਸੂਬਾ ਸਰਹੰਦ ਨੂੰ ਕਿਹਾ ਤੁਸੀਂ ਆਪਣਾ ਜੋ ਕਾਰਾ ਕਰਨਾ ਸੀ ਤੁਸਾਂ ਨੇ ਕਰ ਲਿਆ ਹੈ, ਜੋ ਤੁਸੀਂ ਕਰਨਾ ਸੀ ਤੁਸੀਂ ਕਰ ਚੁੱਕੇ ਹੋ, ਤੇ ਮੈਨੂੰ ਇੰਨੀ ਕੁ ਇਜਾਜ਼ਤ ਦੇ ਦਿਓ ਕਿ ਅੱਜ ਜਿਨ੍ਹਾਂ ਨੇ ਕੌਮ ਵਾਸਤੇ ਕੁਰਬਾਨੀ ਦੇ ਦਿੱਤੀ ਆ, ਮੈਂ ਘੱਟੋ ਘੱਟ ਇਹਨਾਂ ਦੇ ਸਰੀਰਾਂ ਦਾ ਸੰਸਕਾਰ ਕਰ ਸਕਾਂ। ਤੇ ਵੇਖੋ ਕਈ ਵਾਰੀ ਬੰਦੇ ਦੇ ਕੋਲੋਂ ਕੋਈ ਗੁਨਾਹ ਹੋ ਜਾਂਦਾ ਪਰ ਉਹਦਾ ਪਛਤਾਤਾਪ ਕਰਦਾ ਵੀ ਹਾਂ ਮੇਰੇ ਕੋਲੋਂ ਗਲਤੀ ਹੋ ਗਈ ਆ, ਤੇ ਜਦੋਂ ਬੱਚਿਆਂ ਦਾ, ਮਾਸੂਮਾਂ ਦਾ ਖੂਨ ਡੁੱਲਾ ਫਿਰ ਵੀ ਨਹੀਂ ਪਸੀਜਿਆ। ਇਹ ਕਹਿੰਦਾ ਜੇ ਸੰਸਕਾਰ ਕਰਨਾ ਚਾਹੁੰਦਾ, ਮੈਂ ਆਪਣੀ ਧਰਤੀ ਤੇ, ਆਪਣੇ ਖਿੱਤੇ ਤੇ ਤੈਨੂੰ ਇਹ ਆਗਿਆ ਨਹੀਂ ਦੇ ਸਕਦਾ ਵੀ ਤੂੰ ਇੱਥੇ ਸੰਸਕਾਰ ਕਰੇ। ਜੇ ਇਹਨਾਂ ਦਾ ਸੰਸਕਾਰ ਕਰਨਾ ਚਾਹੁੰਦਾ ਤੇ ਜਿੰਨੀ ਜ਼ਮੀਨ ਵਿੱਚ ਇਹਨਾਂ ਦਾ ਸੰਸਕਾਰ ਹੋਵੇਗਾ ਉਨੀ ਜ਼ਮੀਨ ਤੈਨੂੰ ਮੋਹਰਾਂ ਵਿਛਾ ਕੇ ਮੁੱਲ ਲੈਣੀ ਪਵੇਗੀ। ਪ੍ਰਬੰਧ ਕੀਤਾ ਉਹਨੇ, ਜਿਵੇਂ ਉਹਦੇ ਕੋਲੋਂ ਹੋਇਆ ਉਹਨੇ ਕੀਤਾ। ਕਰੀ ਤੇਰਾ ਕਰਾਇਆ, ਜਿਹਦੇ ਕੋਲੋਂ ਮਾਲਕ ਨੇ ਕਰਵਾਉਣਾ ਹੈ ਉਹਨੇ ਪ੍ਰਬੰਧ ਕੀਤਾ। ਮੋਹਰਾਂ ਵੇਖ ਕੇ ਲਾਲਚੀ ਹੋ ਗਿਆ, ਕਹਿਣ ਲੱਗਾ ਵਿਛਾ ਕੇ ਗੱਲ ਨਹੀਂ ਬਣਨੀ, ਇਹਨਾਂ ਨੂੰ ਖੜੀਆਂ ਕਰ। ਤਾਂ ਕਰਕੇ ਅੱਜ ਵੀ ਅਸੀਂ ਗੁਰਦੁਆਰਾ ਜੋਤੀ ਸਰੂਪ ਦੀ ਫਤਿਹਗੜ੍ਹ ਸਾਹਿਬ ਦੀ ਧਰਤੀ ਨੂੰ ਦੁਨੀਆ ਦੀ ਸਭ ਤੋਂ ਕੀਮਤੀ ਧਰਤੀ ਕਹਿੰਦੇ ਆ ਕਿ ਇਹ ਸਭ ਤੋਂ ਕੀਮਤੀ ਧਰਤੀ ਹੈ। ਇਹ ਸਾਰਿਆਂ ਦੇ ਨਾਲੋਂ ਕੀਮਤੀ ਧਰਤੀ ਆ। ਉਸ ਥਾਂ ਦੇ ਉੱਤੇ ਬਾਬਾ ਮੋਤੀ ਰਾਮ ਮਹਿਰਾ ਜੀ ਨੂੰ ਉਹਨੇ ਨਾਲ ਲਿਆ, ਕਿਉਂਕਿ ਹੋਰ ਤੇ ਕੋਈ ਲਾਗੇ ਨਹੀਂ ਲੱਗ ਸਕਦਾ। ਰਾਤ ਦੇ ਹਨੇਰੇ ਵਿੱਚ ਉਹਨੇ ਸਾਹਿਬਜ਼ਾਦਿਆਂ ਦੇ ਉਹ ਪਾਵਨ ਸ਼ਵ, ਪਾਵਨ ਸਰੀਰ ਜਿਹੜੇ ਉਹ ਚੁੱਕੇ, ਮਾਤਾ ਗੁਜਰ ਕੌਰ ਜੀ ਨੂੰ ਨਾਲ ਲਿਆ, ਉਹਨਾਂ ਦਾ ਸਰੀਰ ਚੁੱਕਿਆ ਨਾਲ। ਉਹ ਚੁੱਕ ਕੇ ਜਿਸ ਥਾਂ ਤੇ ਕੰਧਾਂ ਨੇ ਗੁਰਦੁਆਰਾ ਫਤਿਹਗੜ੍ਹ ਸਾਹਿਬ, ਉੱਥੋਂ ਚੱਕ ਕੇ ਉੱਥੋਂ ਲਿਜਾ ਕੇ ਗੁਰਦੁਆਰਾ ਜੋਤੀ ਸਰੂਪ, ਕਾਫੀ ਹਟਵਾ ਪੈ ਜਾਂਦਾ, ਤੁਸੀਂ ਦਰਸ਼ਨ ਕੀਤੇ ਹੋਣਗੇ। ਧੰਨ ਨੇ ਉਹ ਗੁਰੂ ਕੇ ਸਿੱਖ ਜਿਨ੍ਹਾਂ ਨੇ ਇਹ ਕਾਲ ਕਮਾਈ ਕੀਤੀ, ਜਿਨ੍ਹਾਂ ਦਾ ਜੁਗਾਂ ਤੀਕ ਨਾਮ ਬੋਲਣਾ ਹੈ। ਉਹਨਾਂ ਉਸ ਜਗ੍ਹਾ ਤੇ ਲਿਜਾ ਕੇ ਸਾਹਿਬਜ਼ਾਦਿਆਂ ਦਾ, ਮਾਤਾ ਗੁਜਰ ਕੌਰ ਜੀ ਦਾ ਜਿਹੜਾ ਸੰਸਕਾਰ ਕੀਤਾ। ਇੱਕ ਘਟਨਾ ਮੈਂ ਸਾਂਝੀ ਕਰਨੀ ਕਿ ਅੱਜ ਪ੍ਰਚਾਰ ਬਹੁਤ ਹੋ ਰਿਹਾ ਹੈ, ਪ੍ਰਚਾਰ ਦੀ ਕੋਈ ਕਮੀ ਨਹੀਂ। ਜੇ ਆਪਾਂ ਕਹੀਏ ਵੀ ਪ੍ਰਚਾਰ ਨਹੀਂ ਹੋ ਰਿਹਾ, ਕੀਰਤਨ ਦਰਬਾਰ ਨਹੀਂ ਹੋ ਰਿਹਾ, ਕਥਾ ਨਹੀਂ ਹੋ ਰਹੀ, ਸਾਰਾ ਦਿਨ ਟੈਲੀਵਿਜ਼ਨ ਤੇ ਚੱਲਦੀ ਹੈ, ਸਾਰਾ ਦਿਨ ਮੋਬਾਈਲ ਦੇ ਉੱਤੇ ਚੱਲਦੀ ਹੈ, ਪਰ ਅਸਰ ਕਿਉਂ ਨਹੀਂ? ਇੱਕ ਵਾਰ ਜੰਮੂ ਦੀ ਧਰਤੀ ਦੇ ਉੱਤੇ ਹੜ੍ਹ ਆਉਂਦਾ ਹੈ। ਉਸ ਹੜ੍ਹ ਦੇ ਵਿੱਚ ਇੱਕ ਮੁਸਲਮਾਨ ਬੀਬੀ ਹੈ ਜਿਹਨੂੰ ਕੁਝ ਦਿਨਾਂ ਤੋਂ ਬਾਅਦ ਮਾਲਕ ਨੇ ਭਾਗ ਲਾਉਣਾ ਹੈ, ਜਿਹਦੀ ਕੁੱਖ ਦੇ ਵਿੱਚ ਬੱਚਾ ਪਲ ਰਿਹਾ। ਉਹ ਬੀਬੀ ਉਹ ਪ੍ਰੈਗਨੈਂਟ ਹੈ।
ਕੁਝ ਦਿਨਾਂ ਬਾਅਦ ਉਹਦੇ ਘਰ ਇੱਕ ਬਾਲ ਨੇ ਜਨਮ ਲੈਣਾ, ਧੀ ਜਾਂ ਪੁੱਤਰ ਨੇ ਜਨਮ ਲੈਣਾ ਹੈ। ਉਸ ਕੰਢੇ ਤੇ ਖਲੋਤੀ ਹੈ, ਪਾਣੀ ਪੂਰੇ ਵਹਾਅ ਚ ਵਗ ਰਿਹਾ, ਉਹਦਾ ਪੈਰ ਤਿਲਕਦਾ ਹੈ, ਉਸ ਵਹਿੰਦੇ ਵਹਿਣ ਵਿੱਚ ਪਾਣੀ ਦੇ ਵਿੱਚ ਡਿੱਗ ਪੈਂਦੀ ਹੈ। ਜਦੋਂ ਪਾਣੀ ਵਿੱਚ ਡਿੱਗਦੀ ਹੈ, ਉਹਦਾ ਪਤੀ, ਉਹਦਾ ਖਾਵੰਦ, ਉਹਦਾ ਖਸਮ, ਖਾਵੰਦ ਉਹਦੇ ਕੋਲ ਹੈ, ਉਹਦਾ ਪਤੀ ਕੋਲ ਖਲੋਤਾ ਹੈ। ਉਹ ਰੁੜਦੀ ਹੋਈ ਤਰਲੇ ਲੈਂਦੀ, ਆਪਣੇ ਪਤੀ ਨੂੰ ਕਹਿੰਦੀ ਆ, ਘੱਟੋ ਘੱਟ ਤੇਰਾ ਬੱਚਾ ਮੇਰੇ ਪੇਟ 'ਚ ਪਲ ਰਿਹਾ, ਇਹਦਾ ਹੀ ਖਿਆਲ ਕਰ ਲੈ ਤੂੰ, ਇਹਦਾ ਖਿਆਲ ਕਰ। ਜਿਸ ਦਿਨ ਮੇਰਾ ਤੇਰੇ ਨਾਲ ਨਿਕਾਹ ਹੋਇਆ ਸੀ, ਤੂੰ ਉਸ ਦਿਨ 3 ਵਾਰ ਕਬੂਲ 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 ਕਹਿ ਕੇ ਮੈਨੂੰ ਪ੍ਰਵਾਨ ਕੀਤਾ ਸੀ ਕਿ ਮੈਂ ਇਹਦੀ ਇੱਜ਼ਤ ਦਾ ਰਖਵਾਲਾ, ਮੈਂ ਇਹਦੀ ਇੱਜ਼ਤ ਦੀ ਸੰਭਾਲ ਕਰਾਂਗਾ, ਤੇ ਆਪਣੇ ਘੱਟੋ ਘੱਟ ਜਿਹੜਾ ਤੇਰਾ ਬੱਚਾ ਮੇਰੇ ਪੇਟ ਵਿੱਚ ਪਲ ਰਿਹਾ, ਇਹਦੀ ਜਾਨ ਬਚਾ ਲੈ। ਉਹਨੇ ਨੀਵੀਂ ਪਾ ਲਈ, ਅਗਾਂਹ ਨਹੀਂ ਹੋਇਆ। ਉੱਥੇ ਉਹਦਾ ਅੱਬਾ ਹਜ਼ੂਰ ਖਲੋਤਾ ਸੀ, ਉਹਨੇ ਆਪਣੇ ਪਿਓ ਦੇ ਬੜੇ ਤਰਲੇ ਲਏ, ਵਾਰ-ਵਾਰ ਤਰਲੇ ਲੈਂਦੀ ਐ ਤੇ ਕਹਿੰਦੀ ਆ, ਮੈਨੂੰ ਬਚਾ ਲੈ ਅੱਬਾ ਹਜ਼ੂਰ, ਮੈਨੂੰ ਬਚਾ ਲੈ, ਮੈਂ ਤੇਰਾ ਖੂਨ ਹਾਂ ਤੇ ਮੇਰਾ ਖੂਨ ਹੈ ਇਹ ਬੱਚਾ ਜਿਹੜਾ ਮੇਰੇ ਪੇਟ ਵਿੱਚ ਪਲ ਰਿਹਾ ਹੈ, ਮੈਨੂੰ ਬਚਾ ਮੇਰੇ ਅੱਬਾ ਹਜ਼ੂਰ, ਮੈਂ ਮਰ ਜਾਵਾਂਗੀ, ਇਹ ਤੇਰਾ ਦੋਹਤਾ ਜਿਹੜਾ ਪੈਦਾ ਹੋਣ ਤੋਂ, ਦੋਹਤਾ ਜਾਂ ਦੋਹਤੀ ਮਰਨ ਤੋਂ ਪਹਿਲਾਂ ਚਲਾਣਾ ਕਰ ਜਾਏਗਾ, ਬਚਾ ਲੈ ਇਹਨੂੰ। ਉਸ ਅੱਬਾ ਨੇ ਵਹਿੰਦੇ ਵਹਿਣ ਚ ਉਹ ਇੱਕ ਟਾਹਣੀ ਦਾ ਸਹਾਰਾ ਲੈ ਕੇ ਪਾਣੀ ਵਿੱਚ ਰੁੜ ਰਹੀ ਹੈ, ਆਪਣੇ ਆਪ ਨੂੰ ਰੋਕਣ ਦਾ ਯਤਨ ਕਰ ਰਹੀ ਹੈ, ਪਰ ਪਾਣੀ ਬਹੁਤ ਤੇਜ਼ ਵਗ ਰਿਹਾ ਹੈ। ਬੇਨਤੀ ਕਰਨ ਲੱਗਾ, ਪ੍ਰਚਾਰ ਬਹੁਤ ਹੋ ਰਿਹਾ ਹੈ, ਪਰ ਮੈਂ ਕੀ ਚਾਹੁੰਦਾ, ਮੈਂ ਚਾਹੁੰਦਾ ਮੇਰਾ ਪਰਿਵਾਰ ਸੁਧਰ ਜਾਏ। ਪਰਿਵਾਰ ਕਹਿੰਦਾ ਇਹ ਸੁਧਰ ਜਾਏ।